ਜਿਵੇਂ ਕਿ ਆਪ ਜਾਣਦੇ ਹੀ ਹੋ ਕਿ ਸਾਲ ਦੇ 12 ਮਹੀਨੇ ਹੁੰਦੇ ਹਨ ਔਰ 12 ਮਹੀਨਿਆਂ ਦੀਆਂ ਅੱਗੋਂ 2-2 ਮਹੀਨੇ ਦੀ ਇੱਕ ਰੁੱਤ ਬਣਾ ਕੇ 6 ਰੁੱਤਾਂ ਹੁੰਦੀਆਂ ਹਨ। तो इस बाणी ਦੇ ਅੰਦਰ ਜੋ ਪਹਿਲਾ ਛੰਤ ਹੈ ਉਸ ਦੇ ਅੰਦਰ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਮੰਗਲਾਚਰਨ ਕਰਕੇ ਅੱਗੋਂ 6 ਇੱਕ ਛੰਤ ਵਿੱਚ ਇੱਕ ਰੁੱਤ ਦਾ ਵਰਣਨ ਨਾਲ ਕੀਤਾ ਗਿਆ ਹੈ। ਉਸ ਰੁੱਤ ਦੇ ਨਾਲ ਸੰਬੰਧਿਤ ਮਾਹੌਲ ਮੌਸਮ ਦੀ ਗੱਲ ਕਰਕੇ ਸੁਨੇਹਾ ਫਿਰ ਵੀ ਪ੍ਰਭੂ ਪਰਮਾਤਮਾ ਦੇ ਨਾਲ ਪ੍ਰੀਤ ਪਾਉਣ ਦਾ ਹੀ ਦਿੱਤਾ ਗਿਆ ਹੈ। ਆਖਰੀ 8ਵੇਂ ਛੰਤ ਵਿੱਚ ਫਿਰ ਸਾਰੀ ਵਿਚਾਰ ਨੂੰ ਸਮਰਾਈਜ਼ ਕੀਤਾ ਗਿਆ ਹੈ। ਕੱਲ ਜਿਹੜਾ ਦੂਸਰਾ ਛੰਤ ਅਸੀਂ ਵਿਚਾਰਿਆ ਸੀ, ਦੋ ਛੰਤਾਂ ਦੀ ਵਿਚਾਰ ਗੱਲ ਕੀਤੀ ਸੀ। ਪਹਿਲਾ ਮੰਗਲਾਚਰਨ ਵਾਲਾ ਅਤੇ ਦੂਸਰੇ ਦੇ ਅੰਦਰ ਬਸੰਤ ਰੁੱਤ ਦੀ ਗੱਲ ਆਈ ਸੀ, ਜਿਹੜਾ ਚੇਤ ਔਰ ਵਿਸਾਖ ਮਹੀਨਾ, ਇਹਨਾਂ 2 ਮਹੀਨਿਆਂ ਦੀ ਇਹ ਰੁੱਤ ਹੈ। ਅੱਜ ਹੁਣ ਅੱਗੋਂ ਅਗਲਾ ਜਿਹੜਾ ਛੰਤ ਹੈ ਉਸ ਦੀ ਵਿਚਾਰ ਕਰਦੇ ਹਾਂ। ਪਹਿਲੇ ਉਸ ਦੇ ਨਾਲ ਜਿਹੜੇ ਸ਼ਲੋਕ ਔਰ ਛੰਤ ਦੀ ਉਹਦਾ ਪਾਠ ਅਸੀਂ ਕਰ ਲੈਂਦੇ ਹਾਂ। ਸ਼ਲੋਕ ਸਾਧ ਸੰਗਤ ਬਿਨ ਭ੍ਰਮ ਮੁਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਂਧਿਆ ਨਾਨਕ ਕਰਮਹਿ ਲੇਖ। जो भाने से मेलिया विछोड़े भी आप नानक तब शरणागति जाका वड प्रताप। छंत विखम रुत अत गाखड़ी जेठ अखाड़ा काम जियो प्रेम बिछो दुहागनी दृष्ट न करी राम जियो ना दृष्ट आवे मरत हावै महागारब मुठिया जलबाज मछली तड़फड़ावै संग माया रुठिया पर पाप जोनी भै भीत होई दे सासन जाम जियो बिनवंत नानक कोट तेरी राख पूरन काम जियो। तो इस छंद के नाल जो पहला श्लोक है उसके गुरु साहब फरमा रहे हैं, साध संगत बिन भ्रम मुई करती करम अनेक। भ्रम का अर्थ है भटक के, भुल के, भटक भटक के। ते वो जीव इस्त्री जिहड़ी गुरु की संगत तो वांझी है। साध संगत, साध गुरु वास्ते लफज आया है। साध की संगत, गुरु की संगत, पूਰਨ गुरु की संगत तो बिना ਜਿਹੜੇ जीव ਹਨ ਉਹ ਆਪਣੇ ਜੀਵਨ ਦੇ ਅੰਦਰ ਭਟਕ ਭਟਕ ਕੇ ਹੀ ਆਤਮਕ ਮੌਤ ਤੇ ਮਰ ਜਾਂਦੇ ਹਨ। ਆਤਮਕ ਮੌਤ ਦਾ ਜੋ ਭਾਵ-ਅਰਥ ਹੈ ਉਹ ਇਹ ਹੈ ਕਿ ਹਰ ਇਨਸਾਨ ਵਿੱਚ ਭਾਵੇਂ ਪ੍ਰਭੂ ਦੀ ਜੋਤ ਪ੍ਰਭੂ ਨੇ ਟਿਕਾਈ ਹੋਈ ਹੈ, ਪ੍ਰਭੂ ਨੇ ਆਪਣੀ ਜੋਤ ਸਭ ਦੇ ਅੰਦਰ ਟਿਕਾਈ ਹੋਈ ਹੈ, ਪਰ ਆਪਣੀ ਹਉਮੈ ਦੇ ਕਾਰਨ ਕਰਕੇ ਜੀਵ ਉਸ ਦੀ ਹੋਂਦ ਤੋਂ ਅਵੇਸਲਾ ਰਹਿੰਦਾ ਹੈ ਅਤੇ ਪ੍ਰਭੂ ਦੇ ਨਾਲ ਆਪਣਾ ਸੰਬੰਧ ਜੋੜਨ ਤੋਂ ਖੁੰਝ ਜਾਂਦਾ ਹੈ। तो ऐसी अवस्था के अंदर उसकी जो आत्मा है उसनों प्रभु के प्यार का, प्रभु के संग, प्रभु की संगत का, प्रभु की सिफत सलाह का जो रस है वो प्राप्त नहीं होता, जो कि आत्मा की असल खुराक है। उस प्रभु प्यार की खुराक तो वांझी होके वो आत्मा कमज़ोर हो जाती है, तो मानो इउं हो जाती है कि जिवें उसकी वो मरी हुई होती है, इनएक्टिव हो जाती है। उसका भाव यही है कि जीव जो अपने जिंदगी के फैसले करता है, जो काम करता है, वो मन के अधीन होकर मन के फुरनिया के अधीन करता है। तो मन का संबंध आत्मा नाल टुट जाता है कि मन केवल तो केवल माया का प्रभाव ग्रहण करके शरीर के सारे अंगों ते अपनी सोच नूं माया के विकारां के अधीन होकर ही चलाता है। तो ऐसी जीवन जीन वाले इंसान
ਦੇ ਵਾਸਤੇ ਹੀ ਇਹ ਲਫ਼ਜ਼ ਵਰਤਿਆ ਗਿਆ ਹੈ ਕਿ ਉਹਦੀ ਆਤਮਕ ਮੌਤ ਹੋ ਚੁੱਕੀ ਹੁੰਦੀ ਹੈ। ਜ਼ਿੰਦਗੀ ਤਾਂ ਉਹਦੀ ਚੱਲ ਰਹੀ ਹੁੰਦੀ ਹੈ, ਕੰਮ ਕਾਰ ਉਹ ਕਰਦਾ ਹੈ, ਤੁਰਦਾ ਫਿਰਦਾ ਹੈ, ਖਾਂਦਾ ਪੀਂਦਾ ਹੈ, ਸਾਰੇ ਕੰਮ ਦੁਨਿਆਵੀ ਤੌਰ ਦੇ ਉੱਤੇ ਉਹ ਕਰ ਰਿਹਾ ਹੁੰਦਾ ਹੈ। ਆਮ ਦੁਨੀਆਦਾਰਾਂ ਦੀ ਨਜ਼ਰ ਦੇ ਵਿੱਚ ਉਹ ਜਿਉਂਦਾ ਹੈ, ਪਰ ਗੁਰੂ ਦੀ ਨਜ਼ਰਾਂ ਦੇ ਅੰਦਰ ਆਤਮਕ ਮੌਤ ਤੇ ਮਰਿਆ ਹੋਇਆ ਇਨਸਾਨ ਹੁੰਦਾ ਹੈ ਉਹ, ਕਿਉਂਕਿ ਉਸਦੀ ਆਤਮਾ ਨੂੰ ਜੋ ਪ੍ਰਭੂ ਪਿਆਰ ਦੀ ਰੂਹ ਦੀ ਜੋ ਖੁਰਾਕ ਹੈ ਉਹ ਪ੍ਰਾਪਤ ਨਹੀਂ ਹੁੰਦੀ। ਉਹਦੇ ਮਨ ਦੇ ਉੱਤੇ ਉਹਦੇ ਮਨ ਦਾ ਜੋ ਸੰਬੰਧ ਹੈ ਉਹ ਆਤਮਾ ਨਾਲ ਟੁੱਟਾ ਹੁੰਦਾ ਹੈ, ਤੇ ਇਸ ਕਰਕੇ ਜੋ ਪ੍ਰਭੂ ਦੀ ਜੋਤ ਦੇ ਨਾਲ ਜੁੜ ਕੇ ਜੋ ਜੀਵਨ ਦਾ ਸਹੀ ਮਾਰਗ ਉਸਨੂੰ ਜੋ ਸੇਧ ਮਿਲਣੀ ਹੁੰਦੀ ਹੈ ਉਹ ਗਾਈਡੈਂਸ ਮਿਲਣੀ ਬੰਦ ਹੋ ਜਾਂਦੀ ਹੈ, ਤੇ ਮਨ ਕੇਵਲ ਤੇ ਕੇਵਲ ਮਾਇਆ ਦੇ ਪ੍ਰਭਾਵ ਹੀ ਗ੍ਰਹਿਣ ਕਰਦਾ ਹੈ। ਸੋ ਸਾਧ ਸੰਗਤ ਬਿਨ ਭ੍ਰਮ ਹੋਈ, ਕਰਤੀ ਕਰਮ ਅਨੇਕ। ਹੋਰ ਅਨੇਕਾਂ ਕਰਮ ਕਰਦੀ ਹੋਈ ਉਹ ਜੀਵ ਇਸਤਰੀ ਗੁਰੂ ਦੀ ਸੰਗਤ ਤੋਂ ਵਾਂਝੀ ਹੋਈ ਭਟਕ ਭਟਕ ਕੇ ਆਤਮਕ ਮੌਤੇ ਮਰ ਜਾਂਦੀ ਹੈ। ਉਹ ਅੱਗੋਂ ਅਗਲੀ ਪੰਕਤੀ 'ਚ ਉਹਦੀ ਜੋ ਹਾਲਤ ਹੈ ਉਸਦਾ ਫਿਰ ਵਰਣਨ ਅਗਲੀ ਪੰਕਤੀ ਵੀ ਕਰਦੇ ਹਨ ਕਿ ਕੋਮਲ ਬੰਧਨ ਬਾਂਧਿਆ ਨਾਨਕ ਕਰਮੈ ਲੇਖ, ਕਿ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੀ ਉਹ ਜੀਵ ਇਸਤਰੀ ਹੁਣ ਮਾਇਆ ਦੇ ਕੋਮਲ ਬੰਧਨਾਂ ਦੇ ਵਿੱਚ, ਕੋਮਲ ਫਾਹੀਆਂ ਦੇ ਵਿੱਚ ਬੱਝੀ ਰਹਿੰਦੀ ਹੈ। ਇਸ ਨੂੰ ਕੋਮਲ ਫਾਹੀਆਂ ਕਿਉਂ ਕਿਹਾ ਗਿਆ ਹੈ? ਕਿ ਕੋਈ ਕਠੋਰ ਫਾਹੀਆਂ ਵੀ ਹੁੰਦੀਆਂ ਹਨ? ਵੈਸੇ ਤਾਂ ਫਾਹੀ ਜਿਹੜੀ ਹੈ ਉਹਦਾ ਭਾਵ ਕੀ ਹੁੰਦਾ ਹੈ ਕਿ ਵੀ ਬੰਦੇ ਨੂੰ, ਜਿਵੇਂ ਫਾਹੀ ਕਹਿੰਦੇ ਹਨ ਕੋਈ ਰੱਸੀ ਨਾਲ ਜਾਂ ਕਿਸੇ ਇਸ ਤਰੀਕੇ ਦੀ ਨਾਲ ਚੀਜ਼ ਦੇ ਨਾਲ, ਡੋਰ ਦੇ ਨਾਲ ਜਿਹਨੂੰ ਕਿਸੇ ਨੂੰ ਬੰਨ੍ਹ ਦੇਣਾ, तो कहते हैं भी ਇਹਨੂੰ ਫਾਇਆ ਗਿਆ ਹੈ, ਫਾ ਲਿੱਤਾ ਹੈ, ਇਹਨੂੰ ਫਸਾ ਲਿਆ ਗਿਆ ਹੈ। ਤੇ ਫਸਿਆ ਹੋਇਆ ਇਨਸਾਨ ਦੀ ਅਵਸਥਾ ਹਮੇਸ਼ਾ ਹੀ ਦੁਖਦਾਈ ਹੁੰਦੀ ਹੈ, ਉਹਦੇ ਵਾਸਤੇ ਉਹ ਸੌਖੀ ਨਹੀਂ ਹੁੰਦੀ। ਉਹ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੰਸੀਡਰ ਕਰੋ ਤਾਂ ਉਹ ਅਵਸਥਾ ਨੂੰ ਉਹਦੇ ਵਾਸਤੇ ਔਖੀ ਅਵਸਥਾ ਹੀ ਮੰਨਿਆ ਜਾ ਸਕਦਾ ਹੈ, ਤਾਂ ਕਠੋਰ ਹੀ ਅਵਸਥਾ ਹੈ। ਪਰ ਗੁਰੂ ਸਾਹਿਬ ਨੇ ਇੱਥੇ ਲਫ਼ਜ਼ ਵਰਤਿਆ ਕੋਮਲ ਬੰਧਨ ਬਾਂਧਿਆ, ਤੇ ਮਾਇਆ ਦੇ ਬੰਧਨ ਜਿਹੜੇ ਹਨ ਉਹ ਕੋਮਲ ਹਨ। ਕੋਮਲ ਇਸ ਪੱਖ ਤੋਂ ਨਹੀਂ ਹਨ ਕਿ ਬਈ ਉਹ ਕੋਈ ਇਨਸਾਨ ਨੂੰ ਬਹੁਤ ਕੰਫਰਟ ਦਿੰਦੇ ਹਨ, ਕੋਈ ਉਹਦਾ ਭਲਾ ਕਰਦੇ ਹਨ। ਕੋਮਲ ਇਸ ਕਰਕੇ ਹਨ ਕਿ ਉਹਦਾ ਅਹਿਸਾਸ ਇਨਸਾਨ ਨੂੰ ਐਸਾ ਹੁੰਦਾ ਹੈ ਕਿ ਉਹਨੂੰ ਉਹ ਬੰਧਨ ਮਹਿਸੂਸ ਨਹੀਂ ਹੁੰਦੇ। ਉਹ ਮਾਇਆ ਦੇ ਅਧੀਨ ਹੋਇਆ ਵੀ ਇਉਂ ਸਮਝਦਾ ਹੈ ਕਿ ਮੈਂ ਦੁਨੀਆ ਦੇ ਸੁੱਖ ਮਾਣ ਰਿਹਾ ਹਾਂ। ਦੁਨਿਆਵੀ ਰਸਾਂ ਕਸਾਂ ਦੇ ਵਿੱਚ ਉਹ ਖਚਤ ਹੋ ਜਾਂਦਾ ਹੈ ਤੇ ਉਹਨੂੰ ਲੱਗਦਾ ਹੈ ਕਿ ਮੇਰਾ ਜੀਵਨ ਬੜਾ ਸੁਖਮਈ ਹੈ, ਮੈਨੂੰ ਸੁੱਖ ਮਿਲ ਰਿਹਾ ਹੈ। ਉਹ ਸੁੱਖ ਉਹਦੇ ਮਨ ਨੂੰ ਟੈਂਪਰੇਰੀਲੀ ਇੱਕ ਸੁੱਖ ਦਾ ਅਹਿਸਾਸ ਦਿੰਦਾ ਹੈ, ਪਰ ਉਹਦੀ ਰੂਹ ਨੂੰ, ਉਹਦੀ ਆਤਮਾ ਨੂੰ ਪਰਮਾਤਮਾ ਨਾਲੋਂ ਤੋੜ ਵਿਛੋੜ ਕੇ ਅਸਲ ਵਿੱਚ ਉਹਦਾ ਨੁਕਸਾਨ ਹੀ ਕਰ ਰਿਹਾ ਹੁੰਦਾ ਹੈ। ਜੋ ਅਸਲ ਵਿੱਚ ਦੇਖਿਆ ਜਾਵੇ ਤਾਂ ਉਹਦੇ ਵਾਸਤੇ ਅਤ ਦੁਖਦਾਈ ਚੀਜ਼ ਹੈ, ਕਿਉਂਕਿ ਜੋ ਜੀਵਨ ਦਾ ਅਸਲ ਮਕਸਦ ਹੈ ਉਹਦੇ ਤੋਂ ਉਹ ਖੁੰਝ ਜਾਂਦਾ ਹੈ, ਉਹਦੇ ਤੋਂ ਭਟਕ ਜਾਂਦਾ ਹੈ। ਤਾਂ ਮਨ ਦੇ ਜੋ ਰਸ ਹਨ, ਸਵਾਦ ਹਨ, ਉਹ ਆਤਮਕ ਮੌਤ ਦਾ ਹੀ ਇੱਕ ਕਾਰਨ ਬਣਦੇ ਹਨ। ਪਰ ਕਿਉਂਕਿ ਸਰੀਰਕ ਤੌਰ ਦੇ ਉੱਤੇ ਉਹਨੂੰ ਸੁੱਖ ਦਾ ਅਹਿਸਾਸ ਮਿਲਦਾ ਹੈ, ਮਨ ਨੂੰ ਉਹਨਾਂ ਚੀਜ਼ਾਂ 'ਚ ਸਵਾਦ ਆਉਂਦਾ ਹੈ, ਚਾਹੇ ਉਹ ਜੀਭ ਦਾ ਚਸਕਾ ਹੈ, ਚਾਹੇ ਅੱਖਾਂ ਦਾ ਚਸਕਾ ਹੈ, ਚਾਹੇ ਕੰਨਾਂ ਦਾ ਹੈ, ਚਮੜੀ ਦਾ ਹੈ, ਜੋ ਵੀ ਸਰੀਰਕ ਉਹਦੇ ਸੁੱਖ ਰਸ ਦੇ ਸਾਧਨ ਹਨ, ਇਨਸਾਨ ਉਹਨਾਂ ਦੇ ਵਿੱਚੋਂ ਟੈਂਪਰੇਰੀ ਤੌਰ ਦੇ ਉੱਤੇ ਸੁੱਖ ਦਾ ਅਹਿਸਾਸ ਮਾਣਦਾ ਹੈ। ਤਾਂ ਇਸ ਕਰਕੇ ਉਹ ਬੰਧਨ ਉਹਨੂੰ ਕਈ ਵਾਰੀ ਧਿਆਨ ਸਮਝ ਵਿੱਚ ਵੀ ਨਹੀਂ ਆਉਂਦੇ ਕਿ ਵੀ ਇਹਨਾਂ ਬੰਧਨਾਂ ਕਰਕੇ ਉਹ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਦੇ ਸੰਬੰਧ ਪਾਉਣ ਤੋਂ ਵਾਂਝਾ ਰਹਿ ਗਿਆ ਹੈ। तो इस करके गुरु साहब ने इन्हों कोमल बंधन करके बयान किया है कि ਜਿਹੜੇ ਵੇਖਣ ਨੂੰ ਸੁਖਾਵੇਂ ਲੱਗਦੇ ਹਨ ਪਰ ਅਸਲ ਦੇ ਵਿੱਚ ਉਹਦੇ ਵਾਸਤੇ ਦੁਖਦਾਈ ਹੁੰਦੇ ਹਨ, ਔਰ ਉਹਨੂੰ ਮੁੜ ਕੇ ਇਹਨਾਂ ਇਸੇ ਵਜ੍ਹਾ ਕਰਕੇ ਹੀ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਪੈਣਾ ਪੈਂਦਾ ਹੈ, ਜੋ ਉਹਦੇ ਵਾਸਤੇ ਪ੍ਰਭੂ ਤੋਂ ਵਿਛੋੜੇ ਦਾ ਸਬਬ ਬਣਦੇ ਹਨ। तो इसलिए ये माया के बंधनों गुरु साहब ने कोमल बंधन किया है
ਇਹਨਾਂ ਕੋਮਲ ਬੰਧਨਾਂ ਦੇ ਵਿੱਚ ਬੱਝਾ ਹੋਇਆ ਇਨਸਾਨ ਜਿਹੜੇ ਕਰਮ ਕਰਦਾ ਹੈ, ਉਹਨਾਂ ਦੇ ਕੀਤੇ ਹੋਏ ਕਰਮਾਂ ਦੇ ਕਰਕੇ ਉਹ ਗੁਰੂ ਦੀ ਸੰਗਤ ਤੋਂ ਵਾਂਝਿਆ ਰਹਿ ਕੇ ਭਟਕ ਭਟਕ ਕੇ ਆਪਣੀ ਆਤਮਕ ਮੌਤ ਨੂੰ ਸਹੇੜ ਲੈਂਦਾ ਹੈ। तो इस पहले श्लोक ਦੇ ਵਿੱਚ ਗੁਰੂ ਸਾਹਿਬ ਨੇ ਇਹ ਸੁਚੇਤ ਕੀਤਾ ਹੈ ਕਿ ਮਾਇਆ ਦੇ ਜਿਹੜੇ ਰਸ ਹਨ ਉਹਨਾਂ ਨੂੰ ਸੁਖਦਾਈ ਨਾ ਸਮਝ ਕੇ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਉਹ ਸਾਡੀ ਆਤਮਕ ਮੌਤ ਦਾ ਕਾਰਨ ਬਣਦੇ ਹਨ। ਅਗਲੇ ਸ਼ਲੋਕ ਵਿੱਚ ਹੁਣ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਭਾਣੇ ਤੇ ਮੇਲਿਆ ਵਿਛੋੜੇ ਵੀ ਆਪ, ਨਾਨਕ ਸਭ ਸ਼ਰਨਾਗਤੀ ਜਾਕਾ ਵੱਡ ਪ੍ਰਤਾਪ। ਜੋ ਭਾਣੇ, ਜੋ ਪ੍ਰਭੂ ਨੂੰ ਭਾ ਗਏ, ਚੰਗੇ ਲੱਗੇ। ਇੱਥੇ ਪ੍ਰਮਾਤਮਾ ਦੇ ਭਾਣੇ ਦੀ ਗੱਲ ਹੋ ਰਹੀ ਹੈ ਕਿ ਪ੍ਰਮਾਤਮਾ ਨੂੰ ਜੋ ਚੰਗੇ ਲੱਗੇ, ਜੋ ਭਾਣੇ ਜੋ ਉਸਨੂੰ ਚੰਗੇ ਲੱਗੇ। ਸੇ ਮੇਲਿਆ, ਸੇ ਤੋਂ ਮੈਨੇ ਉਹ, ਉਹਨਾਂ ਨੂੰ ਪ੍ਰਮਾਤਮਾ ਨੇ ਆਪਣੇ ਨਾਲ ਮੇਲ ਲਿਆ, ਆਪਣੇ ਨਜ਼ਦੀਕ ਕਰ ਲਿਆ, ਆਪਣੇ ਗੁਨਾਹ ਦੀ ਸਾਂਝ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤੀ। ਵਿਛੋੜੇ ਵੀ ਆਪ, ਪਰ ਜਿਨ੍ਹਾਂ ਨੂੰ ਉਹਨੇ ਆਪਣੇ ਤੋਂ ਵਿਛੋੜਿਆ ਹੋਇਆ ਹੈ, ਜਿਨ੍ਹਾਂ ਨੂੰ ਮਾਇਆ ਦੇ ਰਸਾਂ ਦੇ ਵਿੱਚ ਖਚਤ ਕੀਤਾ ਹੋਇਆ ਹੈ, ਇਹ ਵੀ ਉਸਦੀ ਆਪਣੀ ਹੀ ਰਜ਼ਾ ਹੈ। ਪਰ ਬਾਣੀ ਦੇ ਅੰਦਰ ਇਹ ਸਿਧਾਂਤ ਬਹੁਤ ਵਾਰੀ ਰਿਪੀਟ ਹੋਇਆ ਹੈ ਕਿ ਜਿਹੜੇ ਜੀਵ ਪਰਮਾਤਮਾ ਦੀ ਬੰਦਗੀ ਤੋਂ ਟੁੱਟੇ ਹੋਏ ਹਨ, ਪ੍ਰਭੂ ਪਿਆਰ ਤੋਂ ਵਾਂਝੇ ਹਨ, ਗੁਰੂ ਦੀ ਸੰਗਤ ਵਿੱਚ ਨਹੀਂ ਜਾਂਦੇ, ਸਤਸੰਗਤ ਤੋਂ ਟੁੱਟੇ ਹੋਏ ਹਨ ਜਿਹੜੇ, ਇਹ ਵੀ ਪਰਮਾਤਮਾ ਦੇ ਹੁਕਮ ਦੇ ਅਧੀਨ ਹੀ ਹੈ, ਉਸਦੀ ਮਰਿਆਦਾ ਦੇ ਅਧੀਨ ਹੈ। ਔਰ ਫਿਰ ਨਾਲ ਦੇ ਨਾਲ ਹੀ ਗੱਲ ਜਿਵੇਂ ਪਿਛਲੇ ਸ਼ਲੋਕ ਵਿੱਚ ਵੀ ਆਈ ਕਿ ਭਈ ਆਪਣੇ ਕੀਤੇ ਹੋਏ ਕਰਮਾਂ ਦੇ ਲਿਖੇ ਦੇ ਅਨੁਸਾਰ, तो ਇਹ ਪਰਮਾਤਮਾ ਦਾ ਅਟਲ ਨਿਯਮ ਹੈ ਕਿ ਜਿਹੋ ਜੇ ਕੋਈ ਕਰਮ ਕਰਦਾ ਹੈ, ਉਹਨਾਂ ਕਰਮਾਂ ਦਾ ਜੋ ਇੰਪੈਕਟ ਹੈ, ਅਸਰ ਹੈ, ਉਹ ਸੰਸਕਾਰ ਦੇ ਰੂਪ ਵਿੱਚ ਉਹਦੇ ਮਨ ਦੇ ਉੱਤੇ ਲਿਖਿਆ ਜਾਂਦਾ ਹੈ ਤੇ ਅੱਗੋਂ ਮਨ ਉਹਦੇ ਮੁਤਾਬਕ ਹੀ ਫਿਰ ਅੱਗੋਂ ਅਗਲੇ ਕਰਮ ਕਰਦਾ ਹੈ, ਅਗਲੇ ਐਕਸ਼ਨ ਲੈਂਦਾ ਹੈ। ਜੋ ਸੰਸਕਾਰ ਮਨ ਦੇ ਉੱਤੇ ਲਿਖੇ ਜਾਂਦੇ ਹਨ, ਬਾਰ-ਬਾਰ ਕਰਕੇ ਮਨ ਦੇ ਉੱਤੇ ਉਹ ਸੰਸਕਾਰ ਪੱਕੇ ਹੋ ਜਾਂਦੇ ਹਨ, ਤਾਂ ਫਿਰ ਜਦੋਂ ਜੀਵਨ ਦੇ ਵਿੱਚ ਅਗਲੇ ਜਿਹੜੇ ਮੂਵਮੈਂਟ ਆਉਂਦੇ ਹਨ, ਉਹਨਾਂ ਦੇ ਵਿੱਚ ਮਨ ਉਹਨਾਂ ਹੀ ਸੰਸਕਾਰਾਂ ਦੇ ਅਧੀਨ ਸੋਚਦਾ ਹੈ ਤੇ ਐਕਸ਼ਨ ਲੈਂਦਾ ਹੈ। तो ਇਸ ਲਈ ਕੀਤੇ ਹੋਏ ਕਰਮਾਂ ਦਾ ਲੇਖਾ ਜਿਹੜਾ ਹੈ, ਉਹ ਮਨ ਦੇ ਸੰਸਕਾਰਾਂ ਦੇ ਰੂਪ ਦੇ ਵਿੱਚ ਆਪਣੀ ਹੋਂਦ ਨੂੰ ਪ੍ਰਗਟ ਕਰਦਾ ਹੈ। ਪਰ ਇਸ ਨੂੰ ਵੀ ਪ੍ਰਮਾਤਮਾ ਦੇ ਹੁਕਮ ਦੇ ਅਧੀਨ ਕਰਕੇ ਆਖਿਆ ਗਿਆ ਹੈ, ਕਿਉਂਕਿ ਇਹ ਪ੍ਰਮਾਤਮਾ ਦਾ ਬਣਾਇਆ ਹੋਇਆ ਆਪਣਾ ਹੀ ਨਿਯਮ ਹੈ ਕਿ ਜੋ ਆਪੇ ਬੀਜ ਆਪੇ ਹੀ ਖਾਓ। ਜੋ ਕੁਝ ਇਨਸਾਨ ਬੀਜਦਾ ਹੈ ਕਰਮਾਂ ਦੇ ਰੂਪ ਦੇ ਅੰਦਰ, ਉਹਨਾਂ ਦੇ ਫਲ ਰੂਪੀ ਸੰਸਕਾਰਾਂ ਦੇ ਰੂਪ ਦੇ ਅੰਦਰ ਉਹਨਾਂ ਦਾ ਅਸਰ ਵੀ ਉਹ ਆਪ ਹੀ ਭੋਗਦਾ ਹੈ। तो ਜੋ ਉਸਨੇ ਆਪ ਬੀਜਿਆ ਹੁੰਦਾ ਹੈ, ਉਹੀ ਬੀਜ ਦਾ ਫਲ ਉਸਨੂੰ ਆਪ ਨੂੰ ਖਾਣਾ ਪੈਂਦਾ ਹੈ। तो ਕੀਤੇ ਹੋਏ ਕਰਮਾਂ ਦਾ ਜੋ ਸੰਸਕਾਰ ਹੈ, ਉਹ ਉਹਦੇ ਮਨ ਦਾ ਹਿੱਸਾ ਬਣ ਜਾਂਦਾ ਹੈ ਅਤੇ ਉਹਨਾਂ ਦੇ ਅਧੀਨ ਹੀ ਫਿਰ ਅੱਗੋਂ ਉਸਦੇ ਕਰਮ ਹੁੰਦੇ ਹਨ। तो ਇਸ ਲਈ ਇਹ ਅਟਲ ਪ੍ਰਮਾਤਮਾ ਦਾ ਨਿਯਮ ਹੈ ਕਿ ਜੋ ਬੀਜਿਆ ਹੈ ਸੋ ਖਾਣਾ ਪੈਂਦਾ ਹੈ। तो ਇਹ ਪ੍ਰਮਾਤਮਾ ਦੇ ਹੁਕਮ ਦੇ ਅਧੀਨ ਹੀ ਇਹ ਕੁਝ ਹੋ ਰਿਹਾ ਹੈ। तो ਇਹ ਦੋ ਗੱਲਾਂ ਕੰਟਰਾਡਿਕਟਰੀ ਨਹੀਂ ਹਨ, ਬਲਕਿ ਪਰਮਾਤਮਾ ਦੇ ਹੁਕਮ ਦੇ ਵਰਤਨ ਦੇ ਅਟਲ ਨਿਯਮ ਦੇ ਅਧੀਨ ਹੀ ਇਹ ਗੱਲ ਆਉਂਦੀ ਹੈ ਕਿ ਜੋ ਵੀ ਇਨਸਾਨ ਦੇ ਕੀਤੇ ਹੋਏ ਕਰਮ ਹਨ, ਉਹਨਾਂ ਦੇ ਸੰਸਕਾਰਾਂ ਦੇ ਅਨੁਸਾਰ ਉਸਦੇ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਕਰਮ ਹੁੰਦੇ ਹਨ। तो ਇਸ ਕਰਕੇ ਜਦੋਂ ਕੀਤੇ ਹੋਏ ਕਰਮਾਂ ਦੇ ਫਲ ਦੀ ਗੱਲ ਕੀਤੀ ਜਾਂਦੀ ਹੈ ਤੇ ਪਰਮਾਤਮਾ ਦੇ ਅਟਲ ਨਿਯਮ ਦੀ ਗੱਲ ਕੀਤੀ ਜਾਂਦੀ ਹੈ, ਤਾਂ ਇਹ ਦੋ ਗੱਲਾਂ ਇੱਕ ਦੂਜੇ ਦੇ ਨਾਲ ਮੇਲ ਖਾਂਦੀਆਂ ਹਨ, ਕੋਈ ਇੱਕ ਦੂਜੇ ਨੂੰ ਕੰਟਰਾਡਿਕਟ ਨਹੀਂ ਕਰਦੀਆਂ, ਇਹ ਵਿਰੋਧਾ ਭਾਵ ਨਹੀਂ ਹੈ। तो ਇੱਥੇ ਵੀ ਹੁਣ ਜੋ ਓਵਰਆਲ ਸਭ ਦੇ ਉੱਪਰ ਜੋ ਪਰਮਾਤਮਾ ਦਾ ਹੁਕਮ ਚੱਲ ਰਿਹਾ ਹੈ, तो ਪਰਮਾਤਮਾ ਦੀ ਖੁਸ਼ੀ, ਪਰਮਾਤਮਾ ਨੂੰ ਚੰਗੇ ਕਿਹੜੇ ਜੀਵ ਲੱਗਦੇ ਹਨ, ਜਿਹੜੇ ਆਪਣੇ ਮਨੁੱਖਾ ਜੀਵਨ ਦੇ ਵਿੱਚ ਮਾਇਆ ਤੋਂ ਆਪਣੇ ਆਪ ਨੂੰ ਬਚਾ ਕੇ ਗੁਰੂ ਦੀ ਗਾਈਡੈਂਸ ਦੇ ਅਧੀਨ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ ਜੁੜ ਕੇ ਉਹਦੇ ਗੁਨਾਹ ਦੇ ਨਾਲ ਸਾਂਝ ਪਾਉਂਦੇ ਹਨ, ਉਹ ਪਰਮਾਤਮਾ ਨੂੰ ਚੰਗੇ ਲੱਗਦੇ ਹਨ। ਸੋ ਜਿਹੜੇ ਪਰਮਾਤਮਾ ਦੇ ਨਾਲ ਗੁਨਾਹ ਦੀ ਸਾਂਝ ਪਾਉਣ ਦੇ ਮਾਰਗ ਤੇ ਚੱਲਦੇ ਹਨ,
ਪ੍ਰਭੂ ਪਰਮਾਤਮਾ ਨੂੰ ਉਹ ਚੰਗੇ ਲੱਗਦੇ ਹਨ, ਉਹ ਉਹਨਾਂ ਨੂੰ ਆਪਣੇ ਨਾਲ ਮੇਲ ਲੈਂਦਾ ਹੈ। ਤੇ ਜਿਹੜੇ ਇਸ ਗੁਰੂ ਦੀ ਗਾਈਡੈਂਸ ਲੈਣ ਤੋਂ, ਸਤਸੰਗਤ ਕਰਨ ਤੋਂ ਰਹਿ ਜਾਂਦੇ ਹਨ, ਨਹੀਂ ਉਸ ਪਾਸੇ ਤੁਰਦੇ, ਤਾਂ ਉਹ ਫਿਰ ਪਰਮਾਤਮਾ ਦੇ ਪਿਆਰ ਦੇ ਸੰਬੰਧ ਤੋਂ ਵਿਛੜੇ ਰਹਿੰਦੇ ਹਨ। ਤਾਂ ਇਹ ਕੁਝ ਵੀ ਜੋ ਹੁੰਦਾ ਹੈ, ਇਹ ਵੀ ਪਰਮਾਤਮਾ ਦੇ ਹੁਕਮ ਦੇ, ਉਸਦੇ ਅਟਲ ਨਿਯਮ ਦੇ ਅਧੀਨ ਹੀ ਹੁੰਦਾ ਹੈ। ਤਾਂ ਇਸ ਲਈ ਗੁਰੂ ਸਾਹਿਬ ਕਹਿੰਦੇ ਹਨ ਕਿ ਵਿਛੋੜੇ ਹੀ ਆਪ। ਪਰਮਾਤਮਾ ਆਪਣੇ ਬਣਾਏ ਹੋਏ ਨਿਯਮਾਂ ਦੇ ਅਨੁਸਾਰ ਹੀ ਉਹਨਾਂ ਨੂੰ ਫਿਰ ਆਪਣੇ ਤੋਂ ਵਿਛੜਿਆ ਹੋਇਆ ਹੀ ਅਵਸਥਾ ਦੇ ਵਿੱਚ ਰੱਖਦਾ ਹੈ। ਉਹਨਾਂ ਦੇ ਮਨ ਦੇ ਅੰਦਰ ਫਿਰ ਪ੍ਰਭੂ ਪਰਮਾਤਮਾ ਦੀ ਬੰਦਗੀ ਕਰਨ ਦਾ, ਉਹਦੇ ਨਾਮ ਦੇ ਨਾਲ ਸੁਰਤ ਨੂੰ ਜੋੜਨ ਦਾ ਖਿਆਲ ਹੀ ਪ੍ਰਗਟ ਨਹੀਂ ਹੁੰਦਾ, ਕਿਉਂਕਿ ਮਨ ਦੇ ਅੰਦਰ ਐਸੇ ਸੰਸਕਾਰ ਬਣਦੇ ਹੀ ਨਹੀਂ। तो इसलिए ये संस्कार हावी ना हो जान, माया हावी ना हो जाए। गुरु साहब अगली पंक्ति प्रेरणा करते हैं, नानक प्रभ शरणागति जाका वड प्रताप। कहते हैं कि इसे ਲਈ क्योंकि प्रभु का नियम जड़ा है वो अटल है कि अपने किए हुए कर्मों के संस्कारों के अनुसार ही जीव ने अगले कर्म करने होंगे हैं। तो इसलिए उस प्रभु की शरण में ही पै रहना चाहिए है, उस परमात्मा की जिहदा बहुत वड्डा तेज प्रताप है, जिहदा हुक्म सारी सृष्टि के उत्ते लागू हुंदा है, सारी कायनात के उत्ते लागू हुंदा है, सब दे उत्ते प्रभु दे सब कुछ ही प्रभु के हुक्म के अधीन ही है। जिवें जप पानी में शुरू च ये गल गुरु साहब ने समझा दी सी कि हुक्म है अंदर सबको, बाहर हुक्म ना कोई। जिहदा हुक्म चलता है दुनिया के जिन्हां राजियां का हुक्म चलता है, कहते हैं कि ये बड़ा प्रतापी राजा है, इहदा हुक्म फलाने फलाने इन्ने एरिया ਦੇ ਵਿੱਚ ਇੰਨੇ ਇਲਾਕੇ 'ਚ ਜਿਹਦਾ ਹੁਕਮ ਚੱਲਦਾ ਹੈ, ਉਹਦਾ ਇਸ ਸਾਰੇ ਇਲਾਕੇ 'ਚ ਬੜਾ ਪ੍ਰਤਾਪ ਹੈ, ਉਹਦੇ ਹੁਕਮ ਦੀ ਕੋਈ ਉਲੰਘਣਾ ਨਹੀਂ ਕਰ ਸਕਦਾ। तो प्रभु परमात्मा का वड प्रताप है, सब तो वड्डा प्रताप उसे परमात्मा का ही है, क्योंकि ਉਹਦਾ हुक्म तो सारी सृष्टि के उत्ते ही लागू ਹੁੰਦਾ है। तो गुरु साहब प्रेरणा करते हैं कि ऐसे प्रभु की शरण ਦੇ ਵਿੱਚ ही पै रहना चाहिए है, ਜਿਹਦਾ हुक्म सब के ਉੱਪਰ लागू ਹੁੰਦਾ है, ਉਹਦੇ ਬਣਾਈ ਹੋਈ ਮਰਿਆਦਾ, ਉਹਦੇ ਬਣਾਏ ਹੋਏ ਨਿਯਮ ਸਭ ਦੇ ਸਿਰ ਦੇ ਉੱਤੇ ਲਾਗੂ ਹੁੰਦੇ ਹਨ। ਤਾਂ ਉਹਦੀ ਸ਼ਰਨ ਵਿੱਚ ਹੀ ਪੈਣਾ ਚਾਹੀਦਾ ਹੈ। ਭਾਵ ਸ਼ਰਨ ਵਿੱਚ ਪੈਣ ਤੋਂ ਭਾਵ ਕੀ ਹੈ ਕਿ ਉਹਦੇ ਹੁਕਮ ਦੇ ਅੱਗੇ ਸੀਸ ਨਿਵਾਉਣਾ ਚਾਹੀਦਾ ਹੈ, ਉਹਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ, ਔਰ ਉਹਦੀ ਰਜ਼ਾ ਦੇ ਵਿੱਚ ਹੀ ਰਾਜ਼ੀ ਰਹਿਣਾ ਚਾਹੀਦਾ ਹੈ। ਨਾਨਕ ਪ੍ਰਭ ਸ਼ਰਨਾਗਤੀ ਜਾਕਾ ਵੱਡ ਪ੍ਰਤਾਪ। ਹੁਣ ਛੰਤ ਦੇ ਵਿੱਚ ਅੱਗੇ ਗੁਰੂ ਸਾਹਿਬ ਗ੍ਰੀਸ਼ਮ ਰੁੱਤ, गर्मी की रुत की गल करते हैं। ग्रीखम रुत अत गाखड़ी जेठ अखाड़ा काम जीव। ग्रीखम ये लफज संस्कृत के ग्रीशम का पंजाबी रूप है। ग्रीशम संस्कृत गर्मी की रुत वास्ते लफज वरत्या जाता है। ग्रीशम का पंजाबी रूप आके छछे का खखा बन गया, तो ग्रीखम। रुत अत गाखड़ी, गाखड़ी लफज का जो मीनिंग है वो है औखी, कठिन, कठोर, बड़ी मुश्किल। ये गुरबाणी कई थां ते ये लफज इस्तेमाल होया है, जिवें एक थां ते पंक्ति आंदी है, सतगुर की सेवा गाखड़ी सिर दीजा आप। तो उत्थे भी गाखड़ी का भाव यही है कि औखी है, बड़ी डिसिपलिन वाली, बड़ी घालना वाली काम है। सौखा काम नहीं है कि मन मर्जी के नाल एवें बेध्याने होकर की जा सके। सतगुरु की सेवा करने में इस वास्ते पूरा डिसिपलिन, पूरी कंसनट्रेशन, पूरा ध्यान चाहिए है। तो इवें ही इत्थे क्योंकि गर्मी की रुत जिहड़ी है हुंदी तां करड़ी है, इंसानां वास्ते भी, पशु पंछियां वास्ते भी ये गर्मी की रुत नूं पार करना, उहदे विच जीवन बिताना हुंदा तां थोड़ा कठिन ही काम है। शरीर दे वास्ते कोई सुखला नहीं हुंदा काम। तो इस करके गुरु साहब ने लफज इत्थे इस्तेमाल किया, ग्रीखम रुत अत गाखड़ी। ये बड़ी औखी हुंदी है, करड़ी हुंदी है, जिहड़ी शरीर दे वास्ते दुखदाई भी हो सकती है। जेठ अखाड़ा काम जीव, जेठ जेठ का महीना अखाड़ा है, ये अखाड़ा लफज बनया है असाड़े तो। जिवें माझ राग का जो 12 माह है ਉਹਦੇ ਵਿੱਚ ਵੀ ਤੇ ਤੁਖਾਰੀ ਵਾਲੇ 12 ਮਾਹ ਦੇ ਵਿੱਚ ਸਾਹਮਣੇ ਲਫ਼ਜ਼ ਵਰਤਿਆ ਸੀ ਆਸਾੜ। ਮਾਝ ਰਾਗ ਦੇ ਵਿੱਚ ਜਿਹੜਾ 12 ਮਾਹ ਉਹਦੇ ਜਾਂਦਾ ਆਸਾੜ ਤਪੰਦਾ। ਤੋਂ ਆਸਾੜ ਜੋ ਉਹਨੂੰ ਆਮ ਸਾਡੀ ਬੋਲੀ ਅਸੀਂ ਹਾੜ ਦਾ ਮਹੀਨਾ ਕਹਿੰਦੇ ਹਾਂ। ਹਾੜ ਵੀ ਉਹਨੂੰ ਕਿਹਾ ਜਾਂਦਾ ਹੈ। ਲਫ਼ਜ਼ ਐਕਚੁਅਲੀ
संस्कृत का लफ्ज़ सी आषाढ़। तो आषाढ़ का पंजाबी रूप हो गया अखाड़, पर वो ਉਹਨੂੰ आम बोली ਵਿੱਚ अषाढ़ ਬਣਿਆ, अषाढ़ तो फिर ਹਾੜ ਹੋ ਗਿਆ, ਹਾੜ ਦਾ ਹਾੜ ਹੋ ਗਿਆ। तो ਇਹ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਓਰੀਜਨ ਉਹਦਾ ਆਸ਼ਾੜ ਹੀ ਸੀਗਾ, ਪਰ ਆਸ਼ਾੜ ਤੋਂ ਰੂਪ ਵਟਾਂਦਿਆਂ ਉਹ ਅਸਾੜ ਤੇ ਫਿਰ ਹਾੜ ਤੇ ਇਸ ਤਰੀਕੇ ਦੇ ਨਾਲ ਵਰਤੋਂ ਵਿੱਚ ਆਉਣ ਲੱਗ ਗਿਆ। तो ਆਮ ਬੋਲੀ 'ਚ ਜਦੋਂ ਇਹ ਇਕੱਠੇ ਇਹਨਾਂ ਦੋਨੋਂ ਮਹੀਨਿਆਂ ਦਾ ਗਰਮੀ ਦੇ ਵਿੱਚ ਦਾ ਜ਼ਿਕਰ ਕੀਤਾ ਜਾਂਦਾ ਹੈ, ਤਾਂ ਆਮ ਬੋਲਿਆ ਜਾਂਦਾ ਜੇਠ ਹਾੜ ਦੀ ਗਰਮੀ। ਉਹ ਹਾੜ ਦੇ ਵਿੱਚ ਐੜਾ ਜਿਹੜਾ ਸਾਇਲੈਂਟ ਰਹਿੰਦਾ, ਅਹਾੜ, ਉਹ ਹਾੜ ਬਣਿਆ ਸੀ ਇੱਥੋਂ। तो इतने लफज गुरु साहब ने जो सीधा आषाढ़ तो अखाड़, जिवें ग्रीशम तो ग्रीकम, आषाढ़ तो अखाड़, जेठ अखाड़ा है काम जीओ। काम का अर्थ हुंदा है गरमायश, गरमाइश, गर्मी। तो वो जेठ हाड़ के महीने दे विच गर्मी की रुत जिहड़ी है बड़ी करड़ी हुंदी है, शरीरां दे वास्ते दुखदाई गर्मी हुंदी है। तो उस जो मौसम का जो हाल है ਉਹਦਾ ਮਿਸਾਲ ਦੇ ਕੇ, ਉਹਦੀ ਮਿਸਾਲ ਦੇ ਕੇ ਗੁਰੂ ਸਾਹਿਬ ਹੁਣ ਉਸ ਜੀਵ ਇਸਤਰੀ ਦਾ ਜ਼ਿਕਰ ਕਰ ਰਹੇ ਹਨ ਜਿਹੜੀ ਪ੍ਰਭੂ ਪਰਮਾਤਮਾ ਤੋਂ ਵਿਛੜੀ ਹੋਈ ਹੈ, ਨੂੰ ਪ੍ਰਭੂ ਦੀ ਮਿਲਾਪ ਦਾ ਆਨੰਦ, ਜਿਹਦੇ ਮਨ ਨੂੰ ਸ਼ਾਂਤੀ ਨਹੀਂ ਹੈ। ਤਾਂ ਗੁਰੂ ਸਾਹਿਬ ਉਹਦੀ ਅਵਸਥਾ ਨੂੰ ਬਿਆਨ ਕਰਦੇ ਹੋਏ ਕਹਿੰਦੇ ਹਨ ਕਿ ਪ੍ਰੇਮ ਵਿਛੋ ਹੋ ਦੁਹਾਗਨੀ, ਦ੍ਰਿਸ਼ਟ ਨਾ ਕਰੀ ਰਾਮ ਜੀ। ਪ੍ਰੇਮ ਵਿਛੋ, ਵਿਛੋ ਦਾ ਮਤਲਬ ਹੁੰਦਾ ਹੈ ਵਿਛੋੜਾ। प्रेम दे विचों विछड़ी हुई, प्रभु दे प्रेम तो वांझी हुई हुई दुहागनी। दुहागनी लफज उन्हां इस्त्रियां वास्ते वरत्या जाता और गुरबाणी कई बार ये वरतों हुई है। ये लफज सुहागनी का उल्ट है। सुहागनी वो है उस इस्त्री जिहदा पति उहदे नाल वसदा है, जिहड़े पति पत्नी दोनों इकट्ठे रहंदे हन, उस इस्त्री नूं सुहागन कहा जाता है। पर जिहदा पति उहदे नाल ना रहिंदा होवे, जिस इस्त्री ਨੂੰ ਪਤੀ ਦਾ ਪ੍ਰੇਮ ਨਾ ਪ੍ਰਾਪਤ ਹੁੰਦਾ ਹੋਵੇ, ਉਹਦੇ ਵਾਸਤੇ ਲਫ਼ਜ਼ ਵਰਤਿਆ ਜਾਂਦਾ ਦੁਹਾਗਨੀ। ਉਹ ਇਹ ਸੁਹਾਗਨ ਤੋਂ ਆਪੋਜ਼ਿਟ ਲਫ਼ਜ਼ ਹੈ। तो ਜਿਹੜੀ ਪਤੀ ਤੋਂ ਵੱਖਰੀ ਰਹਿੰਦੀ ਹੈ, ਨੈਚੁਰਲ ਹੈ ਕਿ ਉਹ ਉਸਨੂੰ ਪਤੀ ਦੀ ਸੰਗਤ ਨਹੀਂ ਮਿਲਦੀ, ਪਤੀ ਦਾ ਪ੍ਰੇਮ ਨਹੀਂ ਮਿਲਦਾ। तो ਉਹਦੇ ਅਵਸਥਾ ਦਾ ਵਰਣਨ ਕਰਦਿਆਂ ਗੁਰੂ ਸਾਹਿਬ ਕਹਿੰਦੇ ਹਨ ਕਿ ਪ੍ਰੇਮ ਵਿਛੋ ਦੁਹਾਗਨੀ, ਪਤੀ ਦੇ ਪ੍ਰੇਮ ਤੋਂ ਵਿਛੜੀ ਹੋਈ ਉਹ ਦੁਹਾਗਨ ਇਸਤਰੀ ਜਿਹੜੀ ਹੈ। और ਉਹਦੀ ਹਾਲਤ ਕੀ ਹੈ ਕਿ ਦ੍ਰਿਸ਼ਟ ਨਾ ਕਰੀ ਰਾਮ ਜੀ ਉਹਦੇ ਉੱਤੇ ਉਸਦਾ ਪਤੀ ਨਜ਼ਰ ਵੀ ਨਹੀਂ ਪਾਉਂਦਾ, ਉਹਦੇ ਵੱਲ ਤੱਕਦਾ ਵੀ ਨਹੀਂ ਹੈ। ਦ੍ਰਿਸ਼ਟ ਨਾ ਕਰੀ, ਦ੍ਰਿਸ਼ਟ ਨਾ ਕਰੀ ਦਾ ਮਤਲਬ ਹੁੰਦਾ ਹੈ ਉਹਦੇ ਵੱਲ ਤੱਕਣਾ ਵੀ ਨਾ, ਉਹਦੇ ਵੱਲ ਧਿਆਨ ਨਾ ਕਰਨਾ। तो ਕਈ ਵਾਰੀ ਐਸੇ ਵੀ ਹਾਲਾਤ ਹੁੰਦੇ ਹਨ ਕਿ ਇੱਕੋ ਘਰ ਦੇ ਵਿੱਚ ਪਤੀ ਪਤਨੀ ਰਹਿ ਵੀ ਰਹੇ ਹੁੰਦੇ ਹਨ, ਪਰ ਪਤੀ ਦਾ ਪਤਨੀ ਦੇ ਨਾਲ ਕੋਈ ਪ੍ਰੇਮ ਦਾ ਸੰਬੰਧ ਹੁੰਦਾ ਨਹੀਂ ਹੈ। ਤਾਂ ਉਹ ਫਿਰ ਉਹਦੇ ਵੱਲ ਨਜ਼ਰ ਵੀ ਨਹੀਂ ਕਰਦਾ, ਉਹਦੇ ਨਾਲ ਗੱਲ ਵੀ ਨਹੀਂ ਕਰਦਾ, ਉਹਦੇ ਵੱਲ ਤੱਕਦਾ ਵੀ ਨਹੀਂ ਹੈ। तो गल फिजिकल प्रॉक्सिमिटी की नहीं है, गल है प्यार के संबंध की। तो जिथे प्यार का संबंध नहीं है तो उत्थे वो अवस्था का जिक्र इत्थे हो रहा, प्रेम विछो दुहागनी, दृष्ट न करी राम जीओ। ऐसी दुहागन इस्त्री दे वल ओहदा पति ओहदे वल नज़र भी नहीं भरदा, ओहदे वल तकदा भी नहीं है। तो गल दुनिया लफज भावें दुनियावी इस्त्रियां और पति वाले वरते गए हैं, भावर्थ है जीव इस्त्री का, राम लफज तो खैर परमात्मा वास्ते वरत्या ही जाता है कि जिहड़ी जीव इस्त्री वल पति निगाह भी नहीं करता, प्रभु पति निगाह भी नहीं करता, उहदे वल तकदा भी नहीं है, उहदे जीवन विच फिर प्रभु परमात्मा के प्यार की अनहोंद बनी रहिंदी है। उहदे जीवन दे विच प्रभु का प्यार उहनूं कदी प्राप्त नहीं होता। तो जिहड़े श्लोकां दे विच गल आई सीगी कि ब्रह्म मूई भटक भटक के आत्मक मौते मर जाती है, ये भी उसे ही अवस्था का वर्णन है कि वो जीव आत्मा जिहड़ी प्रभु प्यार तो वांझी है, वो केवल तो केवल माया के रसा खसा च फसी हुई है, तो प्रभु परमात्मा की मेहर की नज़र तो वो वांझी रह गई है। तो ऐसी जीव स्त्री की गल इत्थे हो रही है। तो प्रेम बिछो दुहागनी, दृष्ट न करी राम जीओ। अगली पंक्ति फिर उसे दे जिक्र अगे कंटिन्यू करता है, ना दृष्ट आवे मर्त हावे, महागारब मुठिया। दृष्ट दृष्टि नजर,
ਇਹ ਵੀ ਉੱਥੋਂ ਸੰਸਕ੍ਰਿਤ ਦੇ ਲਫ਼ਜ਼ ਦ੍ਰਿਸ਼ਟੀ ਤੋਂ ਹੀ ਦ੍ਰਿਸ਼ਟ ਪੰਜਾਬੀ ਚ ਆਇਆ ਹੈ। ਤੋ ਇਹ ਮੂਲ ਰੂਪ ਵਿੱਚ ਜਿਹੜੀ ਟੈਂਕੇ ਦੀ ਸਿਹਾਰੀ ਜਿਹੜੀ ਹੈ ਨਾਲ ਹੀ ਦ੍ਰਿਸ਼ਟੀ ਉੱਥੋਂ ਆਈ ਹੈ, ਪਰ ਇਹਦਾ ਉਚਾਰਨ ਅਸੀਂ ਕਰਦੇ ਹਾਂ ਦ੍ਰਿਸ਼ਟ। ਭਾਵ ਇਸਦਾ ਉਹੀ ਹੈ ਨਜ਼ਰ, ਨਾ ਦ੍ਰਿਸ਼ਟ ਆਵੇ, ਦ੍ਰਿਸ਼ਟ ਵਿੱਚ ਨਜ਼ਰ ਵਿੱਚ ਨਹੀਂ ਆਉਂਦਾ ਹੈ। ਭਾਵ ਕੀ ਹੈ ਕਿ ਉਹ ਜਿਹੜੀ ਦੁਹਾਗਣ ਇਸਤਰੀ ਹੈ ਉਹ ਪਤੀ ਦੀ ਨਜ਼ਰ ਵਿੱਚ ਹੀ ਨਹੀਂ ਆਉਂਦੀ, ਉਹਦੇ ਪਤੀ ਉਹਦੇ ਵੱਲ ਤੱਕਦਾ ਵੀ ਨਹੀਂ ਹੈ। ਤੋ ਇਸ ਹਾਲਾਤ ਦੇ ਅੰਦਰ ਉਹਦੀ ਹਾਲਤ ਕੀ ਹੁੰਦੀ ਹੈ, ਇਹ ਮਰਤ ਹਵੇ। ਹਵੇ ਦਾ ਮਤਲਬ ਹੁੰਦਾ ਹੋਕੇ ਭਰਨਾ। ਹੋਕੇ ਭਰਨਾ ਮਤਲਬ ਲੰਮੇ ਸਾਹ ਲੈ ਕੇ ਆਪਣੇ ਦਿਲ ਦੇ ਦੁੱਖ ਨੂੰ ਪ੍ਰਗਟ ਕਰਨਾ। ਤੋ ਆਮ ਇਹ ਸਾਡੇ ਪੰਜਾਬੀ 'ਚ ਇਹ ਲਫ਼ਜ਼ ਵਰਤਿਆ ਜਾਂਦਾ ਹੈ ਕਿ ਬਈ ਉਹਦੀ ਤੇ ਹਾਲਤ ਇੰਨੀ ਦੁਖਦਾਈ ਸੀਗੀ ਕਿ ਉਹ ਵਿਚਾਰੀ ਤਾਂ ਹੋਕੇ ਹੀ ਭਰਦੀ ਰਹਿੰਦੀ ਹੈ। ਤੋ ਹੋਕੇ ਭਰਨਾ ਮਤਲਬ ਇਹ ਹੈ ਕਿ ਦੁੱਖ ਦੀ ਅਵਸਥਾ ਦਾ ਜੋ ਸਿੰਪਟਮ ਹੈ ਉਹ ਨਜ਼ਰ ਆਉਂਦਾ ਹੈ। ਲੰਮੇ ਸਾਹ ਲੈ ਕੇ ਹਾਏ ਦੀ ਆਵਾਜ਼ ਕੱਢਣੀ ਜਾਂ ਉਸ ਤਰੀਕੇ ਦੇ ਜੋ ਹਾਲਾਤ ਜੋ ਅਵਸਥਾ ਹੁੰਦੀ ਹੈ ਉਹਨੂੰ ਕਹਿੰਦਾ ਹੋਕੇ ਭਰਨਾ। ਤੋ ਨਾ ਦ੍ਰਿਸ਼ਟ ਆਵੇ ਮਰਤ ਹਵੇ। ਉਹਨੂੰ ਤਾਂ ਇਉਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਉਹਦੀ ਜ਼ਿੰਦਗੀ ਬੜੀ ਵਿਅਰਥ ਜਾ ਰਹੀ ਹੈ, ਇਹੋ ਜਿਹੀ ਜ਼ਿੰਦਗੀ ਨਾਲੋਂ ਤਾਂ ਮੌਤ ਹੀ ਚੰਗੀ। ਤੋ ਪਰ ਉਹ ਉਸਨੇ ਆਪਣੀ ਅਵਸਥਾ ਤੇ ਆਪ ਹੀ ਜ਼ਿੰਮੇਵਾਰ ਹੈ ਇਸ ਅਵਸਥਾ ਵਾਸਤੇ ਕਿ ਪਤੀ ਦੀ ਉਹਦੇ ਉੱਪਰ ਨਜ਼ਰ ਨਹੀਂ ਪੈਂਦੀ, ਹੋਕੇ ਭਰਿਆ ਉਹਦਾ ਜੀਵਨ ਰਹਿੰਦਾ ਹੈ। ਤੇ ਉਹ ਆਪਣਾ ਜੀਵਨ ਉਸਨੇ ਲੁਟਾਇਆ ਹੈ, ਆਤਮਕ ਜੀਵਨ ਨੂੰ ਲੁਟਾਇਆ ਹੈ। ਕਿਸ ਕਾਰਨ ਕਰਕੇ? ਆਪਣੇ ਹੰਕਾਰ ਕਰਕੇ। ਮਹਾ ਗਾਰਬ ਬੁੱਠੀਆ, ਗਾਰਬ ਦਾ ਅਰਥ ਹੈ ਹਉਮੈ, ਹੰਕਾਰ। ਇਹ ਸਭ ਕੁਝ ਮੁਮਕਿਨ, ਇਹ ਸਭ ਕੁਝ ਵਾਪਰਿਆ ਕਿਵੇਂ? ਕਿਉਂ ਉਹ ਪ੍ਰਭੂ ਦੇ ਪ੍ਰੇਮ ਤੋਂ ਵਾਂਝੀ ਰਹਿ ਗਈ? ਕਿਉਂ ਉਹਦੇ ਉੱਤੇ ਪ੍ਰਭੂ ਦੀ ਨਜ਼ਰ ਨਹੀਂ ਹੋਈ? ਕਾਰਨ ਉਸਦਾ ਕੇਵਲ ਹੰਕਾਰ ਸੀਗਾ। ਇਸ ਹਉਮੈ ਦਾ ਸਦਕਾ ਹੀ ਉਹਨੂੰ ਆਪਣੇ ਅੰਦਰ ਪ੍ਰਭੂ ਦੀ ਜੋਤ ਦਾ ਅਹਿਸਾਸ ਨਹੀਂ ਹੋਇਆ, ਉਹਦੇ ਨਾਲ ਉਹਦਾ ਪਿਆਰ ਦਾ ਸੰਬੰਧ ਨਹੀਂ ਜੁੜਿਆ, ਤੇ ਇਸ ਕਰਕੇ ਉਹ ਪ੍ਰਭੂ ਪਿਆਰ ਤੋਂ ਵਾਂਝੀ ਰਹਿ ਗਈ। ਤਾਂ ਮੂਲ ਕਾਰਨ ਸੀ ਉਹਦੀ ਆਪਣੀ ਹਉਮੈ। ਤੋ ਇਹ ਗੱਲ ਗੁਰੂ ਜੀ ਨੇ ਇੱਥੇ ਸਪਸ਼ਟ ਕਰ ਦਿੱਤੀ ਹੈ ਕਿ ਇਹ ਸਭ ਕੁਝ ਜੋ ਵਾਪਰਿਆ ਹੈ ਇਹਦੇ ਪਿੱਛੇ ਪ੍ਰਭੂ ਪਰਮਾਤਮਾ ਦਾ ਹੀ ਅਟਲ ਨਿਯਮ ਹੈ ਕਿ ਜਿਹੜੀ ਜੀਵ ਇਸਤਰੀ ਆਪਣੇ ਅੰਦਰੋਂ ਪ੍ਰਭੂ ਦੀ ਜੋਤ ਦੇ ਨਾਲੋਂ ਟੁੱਟ ਜਾਂਦੀ ਹੈ, ਉਹਦੇ ਨਾਲ ਸੰਬੰਧ ਨਹੀਂ ਜੋੜਦੀ, ਉਹਦੀ ਵਜ੍ਹਾ ਹੁੰਦੀ ਹੈ ਉਹਦੀ ਆਪਣੀ ਹਉਮੈ, ਉਹਦੀ ਆਪਣੀ ਮਾਇਆ ਦੇ ਨਾਲ ਰਸਾਂ ਕਸਾਂ ਦੇ ਵਿੱਚ ਜੁੜ ਜਾਣ ਦਾ ਜੋ ਕਰਮ ਹੈ ਉਹ ਕਾਰਨ ਬਣ ਜਾਂਦਾ ਹੈ ਕਿ ਮਾਇਆ ਦਾ ਹੀ ਉਹਦੇ ਉੱਤੇ ਪ੍ਰਭਾਵ ਪਿਆ ਹੁੰਦਾ ਹੈ। ਮਨ ਦੇ ਉੱਤੇ ਸੰਸਕਾਰ ਵੀ ਸਾਰੇ ਮਾਇਆ ਦੇ ਵਿਕਾਰਾਂ ਵਾਲੇ ਹੀ ਇਕੱਠੇ ਹੋ ਜਾਂਦੇ ਹਨ ਤੇ ਪ੍ਰਭੂ ਨਾਲ ਪਿਆਰ ਦਾ ਸੰਬੰਧ ਬਣ ਨਹੀਂ ਸਕਦਾ। ਸੋ ਇਹ ਅਵਸਥਾ ਬਣ ਜਾਂਦੀ ਹੈ ਕਿ ਹੁਣ ਨਾ ਦ੍ਰਿਸ਼ਟ ਆਵੇ ਮਰਦ ਹਾਵੇ, ਮਹਾ ਗਰਭ ਮੁਠੀਆ। ਆਪਣੇ ਉਸ ਹੰਕਾਰ ਦੇ ਕਰਕੇ ਉਹ ਆਪਣਾ ਆਤਮਕ ਜੀਵਨ ਲੁਟਾ ਬੈਠਦੀ ਹੈ ਤੇ ਫਿਰ ਉਨਕੀ ਹਾਲਤ ਬਣ ਜਾਂਦੀ ਹੈ ਕਿ ਜਲਬਾਜ ਮਛਲੀ ਤੜਫੜਾਵੇ। ਜਿਵੇਂ ਪਾਣੀ ਤੋਂ ਬਾਹਰ ਨਿਕਲੀ ਹੋਈ ਮਛਲੀ ਤੜਫਦੀ ਹੈ, ਤੜਫੜਾਵੇ ਤੜਫਦੀ ਹੈ। ਜਲਬਾਜ, ਜਲ ਤੋਂ ਬਿਨਾ, ਪਾਣੀ ਹੀ ਮਛਲੀ ਦਾ ਜੀਵਨ ਹੈ। ਮਛਲੀ ਤੇ ਪਾਣੀ ਦੇ ਅੰਦਰ ਹੀ ਜਿਉਂਦੀ ਰਹਿ ਸਕਦੀ ਹੈ। ਜੋ ਹੀ ਮਛਲੀ ਨੂੰ ਪਾਣੀ ਤੋਂ ਬਾਹਰ ਕੱਢਦੇ ਆ ਉਹ ਕੁਝ ਹੀ ਸਕਿੰਟਾਂ ਜਾਂ ਮਿੰਟਾਂ ਦੀ ਖੇਡ ਹੁੰਦੀ ਹੈ, ਉਹ ਤੜਫ ਤੜਫ ਕੇ ਪਾਣੀ ਦੀ ਅਣਹੋਂਦ ਕਰਕੇ ਤੜਫ ਤੜਫ ਕੇ ਮਰ ਜਾਂਦੀ ਹੈ। ਉਹ ਐਸੀ ਆਤਮਕ ਮੌਤ ਦੀ ਹਾਲਾਤ ਦੇ ਵਿੱਚ ਜਿਉਂਦੀ ਹੋਈ ਜੀਵ ਇਸਤਰੀ ਜਿਹੜੀ ਹੈ ਉਹਦਾ ਵੀ ਗੁਰੂ ਸਾਹਿਬ ਕਹਿੰਦੇ ਹਨ ਕਿ ਜੀਵਨ ਕੋਈ ਸੁੱਖ ਵਾਲਾ ਨਹੀਂ ਹੁੰਦਾ। ਭਾਵੇਂ ਉਹਨੂੰ ਸ਼ਾਇਦ ਇਹ ਭਰਮ ਭੁਲੇਖਾ ਹੁੰਦਾ ਹੈ ਕਿ ਵੀ ਦੁਨਿਆਵੀ ਮਾਇਆ ਦੇ ਸੁੱਖ ਮੈਨੂੰ ਮਿਲ ਰਹੇ ਹਨ, ਅੰਦਰੋਂ ਆਤਮਾ ਉਹਦੀ ਤੜਫ ਰਹੀ ਹੁੰਦੀ ਹੈ। ਪਰਮਾਤਮਾ ਤੋਂ ਵਿਛੜ ਕੇ ਆਤਮਾ ਉਹਦੀ ਤੜਫੜਾ ਰਹੀ ਹੁੰਦੀ ਹੈ। ਤਾਂ ਜਿਵੇਂ ਜਲਬਾਜ ਮਛਲੀ ਤੜਫੜਾਵੇ, ਉਹਦੀ ਆਤਮਾ ਵੀ ਮਛਲੀ ਵਾਂਗ ਤੜਫ ਰਹੀ ਹੁੰਦੀ ਹੈ। ਸੰਗ ਮਾਇਆ ਰੁਠੀਆ, ਤੇ ਪਰ ਉਹ ਜੀਵ ਇਸਤਰੀ ਕੇਵਲ ਮਾਇਆ ਦੇ ਸੰਗ ਦੇ ਵਿੱਚ ਹੀ ਰਹਿੰਦੀ ਹੈ। ਉਹਨੇ ਮਾਇਆ ਦੇ ਨਾਲ ਹੀ ਸੰਬੰਧ ਬਣਾਇਆ ਹੁੰਦਾ, ਉਹਦੇ ਮੋਹ 'ਚ ਹੀ ਫਸੀ ਹੋਈ ਹੁੰਦੀ ਹੈ ਤੇ ਪ੍ਰਭੂ ਵੱਲੋਂ ਮਾਨੋ ਜਿਵੇਂ ਉਹ ਰੁੱਸੀ ਹੋਈ ਹੁੰਦੀ। ਰੁਠੀਆ, ਰੁਠੀਆ ਮੈਨੇ ਰੁੱਸੀ ਹੋਈ, ਰੁੱਠੀ ਹੋਈ ਹੁੰਦੀ ਹੈ। ਪਰਮਾਤਮਾ ਵੱਲੋਂ ਜਿਵੇਂ ਰੁੱਸੀ ਹੋਈ ਹੁੰਦੀ ਹੈ ਕਿ ਅੰਦਰ ਜੋਤ ਪ੍ਰਭੂ ਦੀ ਮੌਜੂਦ ਹੈ ਪਰ ਉਹਦੇ ਨਾਲ ਕੋਈ ਸੰਬੰਧ ਹੀ ਨਹੀਂ ਹੈ। ਮਾਨੋ ਉਹਦਾ ਰੁੱਸਾ ਪਿਆ ਹੋਇਆ ਹੈ, ਉਹਦੇ ਵੱਲ ਉਹਦਾ ਕੋਈ ਧਿਆਨ ਹੀ ਨਹੀਂ ਹੈ। ਤੋ ਆਮ ਸਾਡੇ ਜ਼ਿੰਦਗੀ ਵਿੱਚ ਸਮਾਜ ਵਿੱਚ ਵੀ ਅਗਰ ਜੇ ਕੋਈ ਬੰਦਾ ਗਰੁੱਪ ਵਿੱਚ ਬੈਠੇ ਹੋਏ ਹੋ ਤਾਂ ਇੱਕ ਬੰਦਾ ਕਿਸੇ ਦੂਜੇ ਨੂੰ ਬਿਲਕੁਲ ਇਗਨੋਰ ਕਰੇ, ਉਹਦੇ ਨਾਲ ਗੱਲ ਹੀ ਨਾ ਕਰੇ, ਤੇ ਉਹਦੇ ਵਾਸਤੇ ਇਹ ਕੀ ਗੱਲ ਵੀ ਤੂੰ ਰੁੱਸਿਆ, ਤੂੰ ਉਹਦੇ ਨਾਲ ਉਹਦੇ ਵੱਲ ਤੱਕਦਾ ਵੀ ਨਹੀਂ ਹੈ, ਉਹਦੇ ਨਾਲ ਗੱਲ ਵੀ ਨਹੀਂ ਕਰਦਾ। ਤੋ ਜਿਸ ਪਾਸੇ ਦਾ ਧਿਆਨ ਨਹੀਂ ਹੈ ਤੋ ਸੰਗ ਮਾਇਆ ਰੁੱਠੀ ਹੋਈ ਹੈ ਪ੍ਰਭੂ ਪਰਮਾਤਮਾ ਵੱਲੋਂ, ਉਸ ਪਾਸੇ ਉਹ ਬੇਧਿਆਨੀ ਹੈ, ਉਸ ਪਾਸੇ ਉਹਦਾ ਕੋਈ ਧਿਆਨ ਹੀ ਨਹੀਂ ਹੈ। ਪਰ ਇਹਦਾ ਅਸਰ ਜੋ ਹੋ ਰਿਹਾ ਹੈ
ਕਿ ਉਹਦੀ ਆਤਮਾ ਜਿਹੜੀ ਹੈ ਇਉਂ ਤੜਫ ਰਹੀ ਹੁੰਦੀ ਹੈ ਜਿਵੇਂ ਪਾਣੀ ਤੋਂ ਬਿਨਾ ਮਛਲੀ ਤੜਫਦੀ ਹੈ। ਅਗਲੀ ਪੰਕਤੀ 'ਚ ਹੁਣ ਗੁਰੂ ਸਾਹਿਬ ਫਰਮਾਉਂਦੇ ਹਨ, ਕਰ ਪਾਪ ਜੋਨੀ ਭੈ ਭੀਤ ਹੋਈ, ਦੇ ਸਾਸਨ ਜਾਮ ਜੀ। तो फिर हे सखिए, इस तरह ਜਿਹੜੀ ਜੀਵ ਇਸਤਰੀ ਹੈ ਪਾਪ ਕਰ ਕਰਕੇ ਘਬਰਾਈ ਵੀ ਰਹਿੰਦੀ ਹੈ, ਡਰਦੀ ਵੀ ਰਹਿੰਦੀ ਹੈ, ਕਿਉਂਕਿ ਇਹ ਥੋੜਾ ਬਹੁਤ ਤਾਂ ਉਹਨੂੰ ਦਿਮਾਗੀ ਤੌਰ ਦੇ ਉੱਤੇ ਕੁਝ ਨਾ ਕੁਝ ਗਿਆਨ ਉਹਨੂੰ ਕਿਧਰੋਂ ਨਾ ਕਿਧਰੋਂ ਇਹ ਸੁਣਨ ਨੂੰ ਮਿਲਦਾ ਰਹਿੰਦਾ ਹੈ, ਕਿਧਰੋਂ ਨਾ ਕਿਧਰੋਂ ਇਹ ਉਹਨੂੰ ਸੁਨੇਹਾ ਮਿਲਦਾ ਰਹਿੰਦਾ ਹੈ ਕਿ ਜਿਸ ਤਰੀਕੇ ਦਾ ਜੀਵਨ ਮੈਂ ਜੀ ਰਹੀ ਹਾਂ ਉਹਦਾ ਅੰਤ ਮਾੜਾ ਹੀ ਹੋਣ ਵਾਲਾ ਹੈ। ਆਮ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਨਿਤ ਪ੍ਰਤੀ ਦੀ ਕਿਰਿਆ ਦੇ ਵਿੱਚ ਕਦੀ ਕਿਸੇ ਕੋਲੋਂ ਕਿਸੇ ਬਹਾਨੇ, ਕਦੀ ਧਰਮ ਸਥਾਨ ਤੇ ਜਾ ਕੇ, ਕਦੀ ਕਿਸੇ ਧਾਰਮਿਕ ਪੁਸਤਕ ਨੂੰ ਪੜ੍ਹ ਕੇ ਐਸਾ ਸੁਨੇਹਾ ਜੀਵ ਨੂੰ ਕਦੀ ਨਾ ਕਦੀ ਮਿਲਦਾ ਹੀ ਰਹਿੰਦਾ ਹੈ, ਤਾਂ ਉਹਦੀ ਸੋਚ ਦਾ ਇਹ ਹਿੱਸਾ ਬਣ ਜਾਂਦਾ ਹੈ ਕਿ ਇਸ ਤਰੀਕੇ ਦਾ ਜੀਵਨ ਜਿਹੋ ਜਿਹਾ ਮੈਂ ਜੀ ਰਿਹਾ ਹਾਂ ਇਹਦਾ ਅੰਤ ਚੰਗਾ ਨਹੀਂ ਹੋਣ ਵਾਲਾ, ਇਹਦਾ ਅੰਤ ਮਾੜਾ ਹੋਏਗਾ। तो ਉਸਨੂੰ ਫਿਰ ਇਹ ਗੱਲ ਸਤਾਉਂਦੀ ਰਹਿੰਦੀ ਹੈ ਕਿ ਜਮ ਦਾ ਡਰ ਉਹਨੂੰ ਡਰਾਉਂਦਾ ਹੈ ਤੇ ਉਸਨੂੰ ਇੱਕ ਘਬਰਾਹਟ ਵੀ ਹੋਈ ਰਹਿੰਦੀ, ਕਰ ਪਾਪ ਜੋਨੀ ਭੈ ਭੀਤ ਹੋਈ, ਦੇ ਸਾਸਨ ਜਾਮ ਜੀ। ਸਾਸਨ ਦਾ ਹੁੰਦਾ ਹੈ ਤਾੜਨਾ, ਦੰਡ, ਸਜ਼ਾ। ਤੇ ਬਈ ਉਹਨੂੰ ਇਹ ਅਹਿਸਾਸ ਹੋਇਆ ਹੁੰਦਾ ਹੈ ਕਿ ਜਿਹੜੇ ਪਾਪ ਭਰਿਆ ਜੀਵਨ ਮੈਂ ਬਤੀਤ ਕਰ ਰਹੀ ਹਾਂ, ਜਿਸ ਤਰੀਕੇ ਦਾ ਮੇਰਾ ਜਨਮ ਬੀਤ ਰਿਹਾ ਹੈ, ਉਹਦੇ ਫਲ ਵਜੋਂ ਮੈਨੂੰ ਜਮ ਦਾ ਦੰਡ ਮਿਲੇਗਾ ਹੀ ਮਿਲੇਗਾ, ਜਮ ਮੈਨੂੰ ਸਜ਼ਾ ਦੇਵੇਗਾ ਹੀ ਦੇਵੇਗਾ। ਇਸ ਗੱਲ ਦਾ ਉਹਨੂੰ ਡਰ ਖਾਂਦਾ ਰਹਿੰਦਾ ਹੈ। ਉਹ ਇਨਸਾਨ ਮਾਇਆ ਦੇ ਸਵਾਦਾਂ ਦੇ ਵਿੱਚ ਖਚਤ ਵੀ ਰਹਿੰਦਾ ਹੈ, ਪ੍ਰਭੂ ਪਿਆਰ ਵੱਲੋਂ ਅਵੇਸਲਾ ਵੀ ਰਹਿੰਦਾ ਹੈ, ਪਰ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਇੱਕ ਡਰ ਵੀ ਉਹਨੂੰ ਅੰਦਰੋਂ ਚੋਭ ਮਾਰਦਾ ਰਹਿੰਦਾ ਹੈ ਕਿ ਜੋ ਤੂੰ ਕਰ ਰਿਹਾ ਹੈ ਉਹ ਚੰਗਾ ਕਰ ਨਹੀਂ ਰਿਹਾ, ਇਹ ਜੀਵਨ ਤੇਰਾ ਸਹੀ ਰਸਤੇ ਚੱਲ ਨਹੀਂ ਰਿਹਾ, ਤੇ ਇਹਦਾ ਅੰਤ ਬੁਰਾ ਹੋਏਗਾ, ਤੈਨੂੰ ਫਿਰ ਸਜ਼ਾ ਜਮਾਂ ਦੀ ਮਾਰ ਭੁਗਤਣੀ ਪਏਗੀ। ਜਮਾਂ ਦੀ ਮਾਰ ਕੀ ਹੈ? ਮੁੜ ਮੁੜ ਕੇ ਜੰਮਣਾ ਤੇ ਮਰਨਾ, ਇਹ ਜਨਮ ਮਰਨ ਦੇ ਗੇੜ ਵਿੱਚ ਪੈਣਾ ਹੀ ਪਵੇਗਾ। तो इस गल का डर भी ਉਹਦੇ ਮਨ ਦੇ ਵਿੱਚ ਪੈ ਜਾਂਦਾ ਹੈ। तो ਇਸ ਲਈ ਇਸ ਦੁਬਿਧਾ ਵਾਲੀ ਅਵਸਥਾ ਤੋਂ ਛੁਟਕਾਰਾ ਪਾਉਣ ਵਾਸਤੇ ਅੰਤਲੀ ਪੰਕਤੀ 'ਚ ਗੁਰੂ ਸਾਹਿਬ ਇਹ ਪ੍ਰੇਰਨਾ ਕਰਦੇ ਹਨ, ਬਿਨਵੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜੀਓ। ਗੁਰੂ ਸਾਹਿਬ ਸੁਜੈਸਟ ਕਰਦੇ ਹਨ, ਇਹੀ ਪ੍ਰੇਰਨਾ ਕਰਦੇ ਹਨ ਕਿ ਉਸ ਪ੍ਰਭੂ ਦੇ ਅੱਗੇ ਹੀ ਅਰਦਾਸ ਕਰਨੀ ਚਾਹੀਦੀ ਹੈ, ਉਹਦੇ ਅੱਗੇ ਬੇਨਤੀ ਕਰਨੀ ਚਾਹੀਦੀ ਹੈ कि हे सब दियां कामनावां पूरन करने वाले प्रभु परमात्मा जीओ, पूरन काम जीओ भाव जो सब दियां कामनावां पूरियां करने वाला, सब दियां मनोकामना पूरन करने वाला, सब दियां इच्छा पूरियां करने वाले है प्रभु जीओ। मैनू तेरी ही ओट है, मैं तेरी शरण हाँ, मैनू तुसी अपने चरणों दे विच जोड़ी रखो, अपनी शरण विच रख लो। तो जीव का जो जीवन है ਉਹ ਗਰਮੀ ਦੀ ਰੁੱਤ ਵਾਕਣ ਜਿਹੜਾ ਦੁਬਿਧਾ ਵਾਲਾ ਦੁਖਦਾਈ ਜੀਵਨ ਦਾ ਹੈ, ਉਹਦਾ ਵਰਣਨ ਗੁਰੂ ਸਾਹਿਬ ਨੇ ਕੀਤਾ ਹੈ ਕਿ ਜਿਵੇਂ ਗਰਮੀ ਦੀ ਰੁੱਤ ਦੇ ਵਿੱਚ ਇਨਸਾਨ ਸਮਾਂ ਤਾਂ ਬਿਤਾ ਰਿਹਾ ਹੁੰਦਾ ਹੈ, ਪਰ ਅੰਦਰੋਂ ਔਖਾ ਵੀ ਹੋਇਆ ਹੁੰਦਾ ਵੀ ਇਹ ਮੌਸਮ ਚੰਗਾ ਨਹੀਂ ਹੈ, ਇਹ ਮੇਰੇ ਸਰੀਰ ਵਾਸਤੇ ਸੁਖਦਾਈ ਨਹੀਂ ਹੈ, ਤੇ ਔਖੇ ਔਖੇ ਮਹਿਸੂਸ ਕਰਦਾ ਹੈ। तो ਉਹ ਉਸ ਦੁਖਦਾਈ ਅਵਸਥਾ ਦਾ ਕੰਪੈਰੀਜ਼ਨ ਗੁਰੂ ਸਾਹਿਬ ਨੇ ਉਸ ਜੀਵ ਇਸਤਰੀ ਦੀ ਅਵਸਥਾ ਨਾਲ ਕੀਤਾ ਹੈ ਜਿਹੜੀ ਆਪਣੇ ਹੰਕਾਰ ਦੇ ਕਾਰਨ ਪ੍ਰਭੂ ਦੇ ਪਿਆਰ ਤੋਂ ਵਾਂਝੀ ਹੈ ਤੇ ਜਿਹਦਾ ਜੀਵਨ ਕੇਵਲ ਤੇ ਕੇਵਲ ਮਾਇਆ ਦੇ ਰਸਾਂ ਦੇ ਵਿੱਚ ਹੀ ਬੀਤ ਰਿਹਾ ਹੈ। ਉਹਨੂੰ ਉਹਦੇ ਉੱਤੇ ਪ੍ਰਭੂ ਦੀ ਪਿਆਰ ਦੀ ਨਜ਼ਰ ਨਹੀਂ ਪੈਂਦੀ, ਪ੍ਰਭੂ ਨੂੰ ਉਹਦਾ ਸੰਗਤ, ਪ੍ਰਭੂ ਦਾ ਪਿਆਰ ਉਸਨੂੰ ਪ੍ਰਾਪਤ ਨਹੀਂ ਹੁੰਦਾ, ਤੇ ਕਿਤੇ ਨਾ ਕਿਤੇ ਉਹਦੇ ਮਨ 'ਚ ਡਰ ਵੀ ਪਿਆ ਹੁੰਦਾ ਹੈ ਕਿ ਇਸ ਜੀਵਨ ਜਾਚ, ਇਸ ਜੀਵਨ ਕਿਰਿਆ ਦੇ ਸਦਕਾ ਮੈਨੂੰ ਜਮਾਂ ਦੀ ਮਾਰ ਵੀ ਪੈਣੀ ਹੈ, ਜਨਮ ਮਰਨ ਦੇ ਗੇੜ 'ਚ ਪੈਣਾ ਪਏਗਾ। तो ऐसी दुविधा विचों कड्ढण वास्ते गुरु साहब प्रेरणा करते हैं कि बिनवंत नानक ओट तेरी राख पूरन काम जियो। हे सब दियां मनोकामना पूरियां करने वाले परमात्मा जियो, मेरी तेरे ते अगे यही बेनती है कि मैंने तेरी शरण विच आया हाँ, मैंने तू अपनी शरण विच रख लै ते मैनू इस माया दी फाइयां दे विचों बचा लै। सो ਜਿਹੜਾ ਵੀ ਜੀਵ ਜਿਸਨੂੰ ਇਹ ਅਹਿਸਾਸ ਹੋ ਜਾਵੇ ਕਿ ਮੈਂ ਜਿਸ ਤਰੀਕੇ ਦੀ ਜ਼ਿੰਦਗੀ ਜੀ ਰਿਹਾ ਹਾਂ, ਮੈਨੂੰ ਉਸ ਜ਼ਿੰਦਗੀ ਦੇ ਵਿੱਚੋਂ, ਉਸ ਜਿਲਨ ਦੇ ਵਿੱਚੋਂ, ਉਸ ਪਾਈ ਦੇ ਵਿੱਚੋਂ
ਨਿਕਲਣ ਦੀ, ਆਪਣੇ ਆਪ ਨੂੰ ਕੱਢਣ ਦੀ ਜ਼ਰੂਰਤ ਹੈ। ਪਰ ਆਪਣੇ ਬਲ ਦੇ ਨਾਲ ਉਹ ਮਾਇਆ ਦੀ ਫਾਹੀਆਂ ਨੂੰ ਕੱਟ ਨਹੀਂ ਸਕਦਾ। ਤਾਂ ਉਹਦੇ ਵਾਸਤੇ ਇਹੀ ਇੱਕੋ ਇੱਕ ਰਸਤਾ ਹੈ ਕਿ ਪ੍ਰਭੂ ਦੇ ਅੱਗੇ ਅਰਦਾਸ ਕਰੇ, ਪ੍ਰਭੂ ਦੀ ਸ਼ਰਨ ਲਵੇ, ਤੇ ਉਹ ਪ੍ਰਭੂ ਆਪ ਹੀ ਬਖਸ਼ਿਸ਼ ਕਰਕੇ ਫਿਰ ਐਸੇ ਜੀਵ ਨੂੰ ਤੇ ਬਖਸ਼ਿਸ਼ ਕਰਦਾ ਹੈ ਤੇ ਉਹਨੂੰ ਮਾਇਆ ਦੇ ਵਿੱਚੋਂ ਬਚਾ ਲੈਂਦਾ ਹੈ। ਅਗਲਾ ਛੰਤ ਜਿਹੜਾ ਹੈ, ਹੁਣ ਉਸਦੇ ਅੰਦਰ ਅਗਲੀ ਰੁੱਤ ਦੀ ਗੱਲ ਹੋ ਰਹੀ ਹੈ। ਉਹ ਪਹਿਲੇ ਇਹਦੇ ਸ਼ਲੋਕਾਂ ਦਾ ਅਸੀਂ ਪਾਠ ਕਰ ਲੈਂਦੇ ਹਾਂ। ਸ਼ਰਧਾ ਲਾਗੀ ਸੰਗ ਪ੍ਰੀਤਮੈ, ਇੱਕ ਤਿਲ ਰਹਿਣ ਨ ਜਾਏ, ਮਨ ਤਨ ਅੰਤਰ ਰਵ ਰਹੇ, ਨਾਨਕ ਸਹਿਜ ਸੁਭਾਏ। ਕਰ ਗਹਿ ਲੀਨੀ ਸਾਜਨੈ, ਜਨਮ ਜਨਮ ਕੇ ਮੀਤ, ਚਰਨਾ ਦਾਸੀ ਕਰ ਲਈ, ਨਾਨਕ ਪ੍ਰਭ ਹਿਤ ਚੀਤ। तो पहले श्लोक गुरु साहब फरमा रहे हैं कि शरदा लागी संग प्रीतमै, एक तिल रहन न जाए। ਹੁਣ ਇਹ ਉਸ ਜੀਵ ਇਸਤਰੀ ਦੀ ਗੱਲ ਹੋ ਰਹੀ ਹੈ ਜਿਹਦੇ ਮਨ ਦੇ ਵਿੱਚ ਹੁਣ ਪ੍ਰਭੂ ਪਰਮਾਤਮਾ ਵਾਸਤੇ ਸ਼ਰਧਾ ਉਪਜ ਪਈ ਹੈ, ਜਿਹਦੇ ਮਨ ਦੇ ਵਿੱਚ ਖਿਆਲ ਆ ਗਿਆ ਹੈ ਕਿ ਹੁਣ ਮੈਨੂੰ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਦਾ ਸੰਬੰਧ ਜੋੜਨਾ ਚਾਹੀਦਾ ਹੈ। ਉਸ ਨੂੰ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ। ਉਹ ਹੁਣ ਉਹਨੂੰ ਪ੍ਰੀਤਮ ਕਰਕੇ ਉਹਦੀ ਯਾਦ ਉਹਦੇ ਮਨ ਦੇ ਵਿੱਚ ਆਉਂਦੀ ਹੈ, ਉਸ ਨੂੰ ਉਹ ਆਪਣਾ ਪ੍ਰੀਤਮ ਸਮਝਦੀ ਹੈ। ਉਹ ਜਿਹਦੇ ਮਨ ਦੇ ਵਿੱਚ ਉਹਦੇ ਪ੍ਰਭੂ ਵਾਸਤੇ, ਪਿਆਰੇ ਦੇ ਵਾਸਤੇ ਸ਼ਰਧਾ ਦੀ ਭਾਵਨਾ, ਪਿਆਰ ਦੀ ਭਾਵਨਾ ਬਣ ਜਾਂਦੀ ਹੈ, ਫਿਰ ਉਸ ਦੀ ਅਵਸਥਾ ਐਸੀ ਹੋ ਜਾਂਦੀ ਹੈ ਕਿ ਉਹਨੂੰ ਹੁਣ ਵਿਛੋੜਾ ਜਿਹੜਾ ਹੈ ਥੋੜੇ ਜਿੰਨੇ ਸਮੇਂ ਵਾਸਤੇ ਵੀ ਚੰਗਾ ਨਹੀਂ ਲੱਗਦਾ। ਉਸ ਤੋਂ ਬਿਨਾ ਉਹਦਾ ਗੁਜ਼ਾਰਾ ਨਹੀਂ ਹੁੰਦਾ, ਉਸ ਤੋਂ ਬਿਨਾ ਉਹਦੇ ਪਾਸੋਂ ਰਿਹਾ ਨਹੀਂ ਜਾਂਦਾ। ਸ਼ਰਧਾ ਲਾਗੀ ਸੰਗ ਪ੍ਰੀਤਮ ਹੈ, ਪ੍ਰੀਤਮ ਦੇ ਸੰਗ, ਪ੍ਰੀਤਮ ਦੇ ਨਾਲ ਜਿਹਦੀ ਸ਼ਰਧਾ ਲੱਗ ਜਾਂਦੀ ਹੈ, ਜਿਹਦੇ ਮਨ ਵਿੱਚ ਪਿਆਰ ਦਾ ਅਹਿਸਾਸ ਪੈਦਾ ਹੋ ਜਾਂਦਾ ਹੈ, ਤਾਂ ਫਿਰ ਹੁਣ ਉਹਨੂੰ ਉਹਦਾ ਵਿਛੋੜਾ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਇੱਕ ਤਿਲ ਰਹਿਣ ਨਾ ਜਾਏ। ਤਿਲ ਤੋਂ ਭਾਵ ਹੈ ਰਤਾ ਜਿੰਨੇ, ਥੋੜੇ ਜਿੰਨੇ ਸਮੇਂ ਵਾਸਤੇ ਵੀ। ਤਿਲ ਬਹੁਤ ਛੋਟਾ ਜਿਹਾ ਹੁੰਦਾ ਹੈ, ਤਾਂ ਸਿਰਫ ਇਹ ਮਿਸਾਲ ਵਜੋਂ ਇਹਦੀ ਇਸਤੇਮਾਲ ਕੀਤਾ ਗਿਆ ਹੈ ਕਿ ਇੰਨੇ ਥੋੜੇ ਜਿੰਨੇ ਸਮੇਂ ਵਾਸਤੇ ਵੀ ਪ੍ਰਭੂ ਤੋਂ ਵਿਛੋੜਾ ਜਿਹੜਾ ਹੈ ਉਸ ਨੂੰ ਫਿਰ ਪ੍ਰਭੂ ਪਿਆਰੇ ਤੋਂ ਵਿਛੋੜਾ ਮਨਜ਼ੂਰ ਨਹੀਂ ਹੁੰਦਾ। तो मन तन अंतर रव रहे, नानक सहज सुभाए। ਉਹਦੀ ਅਵਸਥਾ ਤਾਂ ਫਿਰ ਇੰਝ ਹੋ ਜਾਂਦੀ ਹੈ ਕਿ ਸਹਿਜ ਸੁਭਾਅ, ਬਿਨਾਂ ਕਿਸੇ ਉਚੇਚੇ ਯਤਨ ਦੇ, ਅਡੋਲ ਹੀ, ਬਿਨਾਂ ਕਿਸੇ ਐਕਸਟਰਾ ਐਫਰਟ ਦੇ ਉਹਦੇ ਮਨ ਦੀ ਅਵਸਥਾ ਐਸੀ ਬਣ ਜਾਂਦੀ ਹੈ ਕਿ ਉਹਦੇ ਅੰਦਰ, ਮਨ ਵਿੱਚ ਅਤੇ ਤਨ ਵਿੱਚ ਉਹ ਪ੍ਰੀਤਮ ਦੀ ਯਾਦ ਜਿਹੜੀ ਹੈ ਉਹ ਟਿਕ ਜਾਂਦੀ ਹੈ। ਹਰ ਵੇਲੇ ਉਹਦੀ ਸੁਰਤ ਵਿੱਚ ਪ੍ਰਭੂ ਦਾ ਹੀ ਨਾਮ ਰਹਿੰਦਾ ਹੈ, ਪ੍ਰਭੂ ਦਾ ਹੀ ਪਿਆਰ ਰਹਿੰਦਾ ਹੈ। तो ये ठीक है कि शुरुआत ਦੇ ਵਿੱਚ ਜਦੋਂ ਕੋਈ ਇਨਸਾਨ ਪ੍ਰਭੂ ਦੇ ਨਾਲ ਪਿਆਰ ਦਾ ਸੰਬੰਧ ਜੋੜਨਾ ਚਾਹੁੰਦਾ ਹੈ, ਪ੍ਰਭੂ ਦੇ ਨਾਲ ਸੁਰਤ ਜੋੜਨੀ ਚਾਹੁੰਦਾ ਹੈ, ਤਾਂ ਮਨ ਦੇ ਫੁਰਨੇ ਉਸ ਨੂੰ ਡਿਸਟਰਬ ਕਰਦੇ ਹਨ, ਸੁਰਤ ਉਹਦੀ ਖਿੰਡਦੀ ਹੈ। ਪਰ ਸਹਿਜੇ ਸਹਿਜੇ ਜਦੋਂ ਅੰਦਰ ਭਾਵਨਾ ਪ੍ਰੇਮ ਦੀ ਹੋਵੇ, ਅਗਰ ਸਿੰਸੀਅਰਿਟੀ ਹੋਵੇ ਮਨ ਦੇ ਅੰਦਰ, ਤਾਂ ਪ੍ਰਭੂ ਆਪ ਬਖਸ਼ਿਸ਼ ਕਰਕੇ ਫਿਰ ਉਹਨਾਂ ਫੁਰਨਿਆਂ ਤੋਂ ਉਸ ਨੂੰ ਬਚਾ ਲੈਂਦਾ ਹੈ ਕਿ ਸਹਿਜੇ ਸਹਿਜੇ ਫਿਰ ਅਡੋਲ ਹੀ ਉਹਦੇ ਮਨ ਦੇ ਅੰਦਰ ਐਸੀ ਅਵਸਥਾ ਬਣ ਜਾਂਦੀ ਹੈ ਕਿ ਉਹ ਫਿਰ ਮਾਇਆ ਦੇ ਫੁਰਨੇ ਉਹਨੂੰ ਪਰੇਸ਼ਾਨ ਕਰਨੋਂ ਹਟ ਜਾਂਦੇ ਹਨ ਤੇ ਉਹ ਸਹਿਜ ਸੁਭਾਈ ਉਹਦੀ ਅਵਸਥਾ ਜਿਹੜੀ ਹੈ ਪ੍ਰਭੂ ਦੀ ਯਾਦ ਦੇ ਵਿੱਚ ਜੁੜਨ ਵਾਲੀ ਬਣ ਜਾਂਦੀ ਹੈ। तो ਇੱਥੇ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਦਾ ਸੰਬੰਧ ਜੋੜਨ ਵਾਲੀ ਜੀਵ ਇਸਤਰੀ ਦੀ ਗੱਲ ਕੀਤੀ ਗਈ ਹੈ, ਜਦੋਂ ਹੁਣ ਪ੍ਰਭੂ ਦਾ ਵਿਛੋੜਾ ਅਸਹਿ ਲੱਗਦਾ ਹੈ ਤੇ ਸਹਿਜ ਸੁਭਾਅ ਹੀ ਉਹਦੇ ਅੰਦਰ ਹਰ ਵਕਤ ਉਹਦੇ ਮਨ ਦੇ ਅੰਦਰ ਆਪਣੇ ਪਿਆਰੇ ਦੀ ਯਾਦ ਟਿਕ ਜਾਂਦੀ। ਅਗਲੇ ਸ਼ਲੋਕ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਕਰ ਗਹਿ ਲੀਨੀ ਸਾਜਨੈ, ਜਨਮ ਜਨਮ ਕੇ ਮੀਤ, ਚਰਨਾ ਦਾਸੀ ਕਰ ਲਈ, ਨਾਨਕ ਪ੍ਰਭ ਹਿਤ ਚਿਤ ਕਰ। ਕਰ ਦੇ ਰਾਰੇ ਨੂੰ ਔਂਕੜ ਹੈ, ਕਰ ਦਾ ਅਰਥ ਹੈ ਹੱਥ, ਇੱਕ ਹੱਥ ਦੀ ਗੱਲ ਹੋ ਰਹੀ ਹੈ, ਹੱਥ ਪਕੜ ਕੇ। ਗਹਿ ਦਾ ਮਤਲਬ ਹੈ ਪਕੜਨਾ, ਕਰ ਗਹਿ ਲੀਨੀ, ਹੱਥ ਪਕੜ ਕੇ ਕਰ ਲਈ परमात्मा ने अपने हाथ पकड़ के अपने नेड़े कर ली। साजन है, साजन ने, परमात्मा ने, उस सज्जन ने जिहड़ा जन्म जन्म का मित्र है, जन्म जन्मांतरा तो प्रभु साडा मित्र है। प्रभु परमात्मा की जो जो मर्यादा है, जो उसका हुक्म है, वो इस वास्ते नहीं है कि परमात्मा नूं साडे नाल कोई दुश्मनी है, कोई वैर विरोध की भावना है कि उन्हें सानू दंड देने का विधान बनाया होया है। जिहड़े प्रभु की प्यार तो प्रीत तो वांझे रहिंदे हन, जिहड़े माया दे विच खिचक रहिंदे हन, उन्हां नूं फिर जमा दी मार पैंदी है, जन्म मरण दे गेड़ विच पैना पैंदा है। ये मर्यादा प्रभु ने इस वास्ते नहीं बनाई कि उहदी साडे नाल कोई दुश्मनी है।
ਉਹ ਸਾਰੇ ਜੀਵਾਂ ਦਾ ਮਿੱਤਰ ਹੈ, ਸਾਰੇ ਜੀਵਾਂ ਦਾ ਮਾਤਾ ਪਿਤਾ ਹੈ। ਸਭ ਜੀਵ ਉਸਦੇ ਆਪਣੇ ਹੀ ਹਨ, ਉਹਦੇ ਆਪਣੇ ਬਣਾਏ ਹੋਏ, ਆਪਣੇ ਪੈਦਾ ਕੀਤੇ ਹੋਏ, ਉਹਦੇ ਆਪਣੇ ਹੀ ਬੱਚੇ ਹਨ। ਉਹ ਸਾਡੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਸਾਨੂੰ ਪਿਆਰ ਕਰਨ ਵਾਲਾ ਹੈ। ਉਹ ਇਹ ਮਰਿਆਦਾ ਬਣਾਉਣ ਦੀ ਉਹਦੀ ਵਜ੍ਹਾ ਵੀ ਇਹੀ ਹੈ ਕਿ ਉਹ ਇਸ ਪਿਆਰ ਦੇ ਸੰਬੰਧ ਨੂੰ ਦੁਵੱਲੀ ਬਣਾਉਣਾ ਚਾਹੁੰਦਾ ਹੈ ਕਿ ਸਾਡੇ ਮਨ ਦੇ ਅੰਦਰ ਵੀ ਪ੍ਰਭੂ ਵਾਸਤੇ ਪਿਆਰ ਦੀ ਭਾਵਨਾ ਪੈਦਾ ਹੋਵੇ। ਇਹ ਸਾਰੀ ਮਰਿਆਦਾ, ਇਹ ਨਿਯਮ ਸਭ ਇਸ ਵਾਸਤੇ, ਹੁਕਮ ਦੀ ਖੇਡ ਇਸ ਵਾਸਤੇ ਹੀ ਹੈ ਕਿ ਇਹ ਪਿਆਰ ਦੀ ਖੇਡ ਦੁਪਾਸੀ ਹੋਵੇ, ਇੱਕ ਪਾਸੜ ਨਾ ਹੋਵੇ। तो ਜਿਵੇਂ ਪ੍ਰਭੂ ਸਾਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ, ਸਾਡੇ ਮਨਾਂ ਦੇ ਅੰਦਰ ਵੀ ਪ੍ਰਭੂ ਵਾਸਤੇ ਪਿਆਰ ਦੀ ਭਾਵਨਾ ਪੈਦਾ ਹੋਵੇ। ਇਸ ਕਰਕੇ ਇਹ ਹੁਕਮ ਦੀ ਖੇਡ ਪਰਮਾਤਮਾ ਦੀ ਰਚੀ ਹੋਈ ਹੈ। तो जिथे भी जिस जीव आत्मा के हिरदे के अंदर भी प्रभु वास्ते प्यार का कोई फुरना उपजता है, प्यार की भावना पैदा होती है, प्रभु परमात्मा आप कर गह लीनी साजन है जन्म जन्म के मीत। वो सब जन्मा जन्मांतरा तो साडा मित्र है, वो साडा हथ फड़ के सानू अपना बना लेंदा है, अपने चरणों की दासी कर लेंदा है। अते उसका प्यार जिहड़ा है वो फिर चित्त दे विच टिक जाता है। प्रभ हित चीत अपना प्यार साडे हिरदे विच टिका दिंदा है। चरना दासी कर लई नानक प्रभ हित चीत। प्रभु अपना हिरदे अपना हार्दिक प्यार दे के साडे हिरदे विच भी अपनी याद टिका दिंदा है। साडे हिरदे दे अंदर भी उस प्रभु दा प्यार टिक जांदा है। हुण छंत दे विच वर्षा रुत दी गल हो रही है। रुत बरस सुहेलिया सावन भादवे आनंद जियो। वर्षा रुत, वर्ष रुत, सुहेली, सुहेली मैंने सुखदाई, सुहावनी, चंगी। सावन भादवे, सावन ते भादों के महीने ते जे रुत हुंदी है आनंदमयी हुंदी है, ये आनंद दिंदी है बहुत। तो इस रुत दे विच की हुंदा है, कन उनव उठे जल थल पूरिया मकरंद जी। कन दा अर्थ है बदल, उनव दा अर्थ है नीवे हो जाते हैं। जिहड़े बदल वसदे हन वही बदल वसदे हन जिहड़े पानी दे नाल भरे हुए हुंदे हन ते पानी दे भार दे कारण फिर वो नीवे हो जाते हैं। जिहड़े बदल उच्चे आसमान विच उड़ रहे हुंदे हन आम तौर ते उन्हां दे अंदर पानी घट हुंदा है। ये जिहड़े लोक जिंदगी का तजर्बा है जिन्हां दा, जो देखते हैं मौसम नूं ऑब्जर्व करते हैं इन्ने सालों तो, वो जानते हैं कि जिहड़े उच्चे बदल हुंदे हन उन्हां दे अंदर पानी घट हुंदा है ते वो भावें आसमान च उड़दे फिरदे रहिंदे हन, उन्हां विचों बरसात कदी रेयर ही हुंदी है, बहुत घट हुंदी है। उन्हां अंदर घट पानी हुंदा है, उन्हां दा रंग भी हल्का हुंदा है। पर जिहड़े भरे हुंदे हन पानी दे नाल उन्हां दा रंग भी गूढ़ा हो जांदा है, डार्क हो जांदा है ਅਤੇ ਉਹ ਪਾਣੀ ਦੇ ਭਾਰ ਦੇ ਕਾਰਨ ਨੀਵੇਂ ਆ ਜਾਂਦੇ ਹਨ। ਨੀਵੇਂ ਹੋਏ ਬੱਦਲ ਜਿਹੜੇ ਵਸਦੇ ਹਨ ਉਹਨਾਂ ਦਾ ਵੀ ਬਰਸਾਤ ਲਗਾਤਾਰ ਹੁੰਦੀ ਹੈ। ਸੋ ਕਨ ਉਨਵ ਉੱਠੇ, ਬੱਦਲ ਨੀਵੇਂ ਹੋਏ ਹੋਏ ਵਰਸਦੇ ਹਨ, ਉੱਠੇ ਮੈਨੇ ਵਰਸਦੇ ਹਨ। तो फिर की हुंदा है, जल थल पूरिया, सब जगह के उत्ते, हर धरती के उत्ते सब थाई पानी ही पानी हो जाता है। ते सब जगह के उत्ते मकरंद, मकरंद कहते हैं रस भरपूर पानी। जिवें फुल्लां दे अंदर सेंटर दे विच जिहड़ा रस हुंदा है उहनूं भी मकरंद कहा जाता है। तो मकरंद का जो आखिरी अर्थ है वो है रस भरपूर, महक वाला, जिन्हां दे अंदरों महक पैदा होती है। तो पानी जदों वरसदा है तो एक खास किस्म की कोई वखरी बिल्कुल बड़ी प्लेजेंट जी स्मैल जिहड़ी है वो सारे माहौल विच फैल जाती है। ईवन जिहड़ी मिट्टी च भी पानी पैंदा है उस मिट्टी चों भी खुशबू पैदा हो जाती है। तो उसनूं गुरु साहब ने मकरंद के लफ्ज़ नाल बयान किया है कि बरसात विच जदों बदल नीवे होके वरसदे हन, सब जगह के उत्ते, सारी धरती के उत्ते पानी ही पानी भर जाता है। नदियां नाले तलाब सब पानी नाल भर जाते हैं ਅਤੇ महक भरपूर पानी ही सब जगह हो जाता है, नजर आता है। प्रभ पूर रहा सर्ब ठाई, हर नाम नवनिध ग्रह परे। हुण इस बरसात के जो माहौल नूं एग्जाम्पल वजों वरतदे होए हैं, हुण गल फिर अगों गुरु साहब उस जीव आत्मा की करते हैं जिहदे हिरदे विच प्रभु का प्यार है कि प्रभ पूर रहा सर्ब ठाई, हर नाम नवनिध ग्रह परे। कि जिन्हां दे हिरदे रूपी घर के अंदर परमात्मा नाम दे के अपने 9 खजाने जिहड़े हैं, नाम के 9 खजानियां दे नाल नका-नक भर दिंदा है। मानो उन्हां दे अंदर ऐसी बरसात दी वर्षा दी रुत बन जाती है उन्हां हिरदियां दे अंदर
कि उन्होंने हुण सब जगह के उत्ते परमात्मा भरपूर दिखाई देन लग पैंदा है। सर्व व्यापक परमात्मा हर जगह उन्होंने दिखाई देन लग पैंदा है। प्रभ पूर रहा सर्ब ठाई, ठाई मैंने सब जगह, पूर रहा मतलब सब जगह पूर्ण, हर जगह मौजूद, सर्व व्यापक वो परमात्मा उन्हां जीवां नूं नजर आना शुरू हो जाता है। किन्हां नूं? जिन्हां दे हिरदे जिहड़े हन प्रभु दे नाम दे 9 खजानियां दे नाल भरे हुए। 9 खजाने भी सिर्फ एक अलंकार रूप विच वरत्या गया है। दुनियावी 9 खजानियां दे रेफरेंस बड़ी बार गुरबाणी च आया है। भाव जिन्ने भी ਵੱਧ ਤੋਂ ਵਧੀਆ ਕੋਈ ਚੀਜ਼ਾਂ, ਕੀਮਤੀ ਤੋਂ ਕੀਮਤੀ ਚੀਜ਼ਾਂ ਇਮੇजिन ਕੀਤੀਆਂ ਜਾ ਸਕਦੀਆਂ ਹਨ। तो नाम क्योंकि सब तो कीमती वस्तु है, इसलिए उन्होंने नाम नवनित की गल की गई है। तो सब तो कीमती प्रभु का नाम जिहड़ा है ਉਹਦੇ ਨਾਲ जिन्हां दे हिरदे भरपूर हो जाते हैं उन्हां नूं परमात्मा सर्व व्यापक सब जगह ते मौजूद नज़र आता है। जिथे किथे भी वो नज़र मारते हैं उन्हां नूं केवल परमात्मा ही परमात्मा नज़र आता है। जिवें आनंद बाणी के अंदर भी जदों नेत्रां वाली पौड़ी दे विच गुरु साहब कहते हैं कि सब जगह ते उन्हां नूं परमात्मा ही हर जिथे भी देखा जहाँ देखा तो उत्थे उन्हां नूं हरि ही नज़र आता है, परमात्मा ही नज़र आता है। सो अगली पंक्ति फरमाते हैं, सिमर स्वामी अंतरजामी कुल समूहा अब करे। सबना दी दिल दी जानन वाला अंतरजामी परमात्मा उन्हां नूं ਜਿਹੜੇ ਉਸਨੂੰ ਸਿਮਰਨ ਕਰਦੇ ਹਨ, ਜਿਹੜਾ ਉਹਦਾ ਨਾਮ ਸਿਮਰਦੇ ਹਨ। ਸਿਮਰ ਸੁਆਮੀ ਅੰਤਰਜਾਮੀ, ਉਹ ਪ੍ਰਮਾਤਮਾ ਜਿਹੜਾ ਅੰਤਰਜਾਮੀ ਹੈ, ਸਭ ਦੇ ਦਿਲਾਂ ਦੇ ਅੰਦਰ ਦੀ ਜਾਣਨ ਵਾਲਾ ਹੈ। ਜਿਹੜੇ ਫਿਰ ਉਸਦਾ ਨਾਮ ਸਿਮਰਦੇ ਹਨ, ਉਸ ਮਾਲਕ ਦਾ ਨਾਮ ਸਿਮਰਦੇ ਹਨ। ਐਸੇ ਜੀਵਾਂ ਦੀਆਂ ਸਾਰੀਆਂ ਕੁਲਾਂ, ਕੁੱਲ ਸਮੂਹਾਂ, ਸਾਰੀਆਂ ਕੁਲਾਂ ਸਭ ਤਰ ਜਾਂਦੀਆਂ ਹਨ। ਇਹ ਕੁਲਾਂ ਕਿਹੜੀਆਂ ਹਨ? ਇਹ ਕੁਲਾਂ ਹਨ ਉਹਨਾਂ ਦੇ ਸੰਗੀ, ਸਤਸੰਗੀ, जिन्हां दी संगत विच वो रहिंदे हन। प्रभु दे प्यारे जिस दी भी संगत विच रहिंदे हन, वो संगी भी उन्हां दे प्रभाव ग्रहण करके उन्हां दी जिंदगी तो प्रभावित होके उन्हां दे अंदर भी प्रभु परमात्मा दी भगती दा जज्बा जाग पैंदा है। उन्हां दे मनां दे अंदर भी परमात्मा दी भगती दे विचार आ जांदे हन। वो भी माया तो ਉੱਚੇ ਉੱਠਣ ਦਾ ਆਹਰ ਕਰਨ ਲੱਗ ਪੈਂਦੇ ਹਨ। तो ਜਿਹੜੇ ਵੀ प्रभु दे प्यारिਆਂ ਦੀ संगत करते ਹਨ उन्होंने हिरदे के अंदर भी प्रभु का प्यार जाग पैंदा है। तो इसलिए इसनूं इस तरीके नाल गुरु साहब ने बयान किया है कि कुल समूह सब तरे, उन्होंने संगत में जो भी आता है वो सारे भी माया तो उच्चे उठ के इस भावसागर तो तर जाते हैं। कुल समूह सब तरे। अगली पंक्ति हम गुरु साहब फरमा रहे हैं कि प्रिय रंग जागे ना छिद्र लागे कृपाल सद बख्शिंद जियो। प्रिय रंग जागे, ऐसे जीव जिहड़े हन जिन्हां दे हिरदे विच प्रभु की याद बस जाती है, वो उस प्यारे दे प्यार दे विच जागृत अवस्था विच रहिंदे हन, माया दे हल्लियां वल्लों सुचेत हो जाते हैं। हुण माया दे विकार उन्हां नूं अपने अधीन नहीं कर सकते। ना छिद्र लागे, छिद्र दा अर्थ हुंदा है दोष या पाप। फिर उन्हां नूं माया दे विकार जिहड़े हन उन्हां नूं हो नहीं सकते, उन्हां दे उत्ते प्रभाव नहीं पा सकते। प्रिय रंग जागे ना छिद्र लागे। चोरी उत्थे ही हो सकती है जिथे घर के बंदे सुते पे होण, अवेसले होण। जिहड़े घर के बंदे जाग रहे होण उत्थे चोर हिम्मत नहीं करते अंदर वड़न की। तो प्रिय रंग जागे ना छिद्र लागे। ये जो काम क्रोध लोभ मोह हंकार वाले जिहड़े माया के चोर हैं, ये भी उन्हां जीवां नूं ही लुटदे हैं जिहड़े अवेसले हुंदे हैं। पर जिहड़े प्रभु के प्यार दे विच जागे हुए हुंदे हैं उन्हां दे उत्ते वो अटैक नहीं कर सकते। तो प्रिय रंग जागे ना छिद्र लागे कृपाल सद बख्शिंद जियो। वो सब दे उत्ते कृपा करन वाला प्रभु परमात्मा जिहड़ा है वो फिर उन्हां दे उत्ते बख्शिश करता है। सदा ही उन्हां दे उत्ते उहदी बख्शिश बनी रहिंदी है ते उन्हां दे उत्ते फिर माया दे जिहड़े विकारां दा जो असर है वो नहीं हुंदा, वो विकारां दी मार तो बचे रहिंदे हन। अंतली पंक्ति गुरु साहब बेनती करते हैं, बिनवंत नानक हरकंत पाया सदा मन पाबंद जियो। नानक बेनती करता है कि उन्हां जीवां नूं वो परमात्मा सदा ही प्यारा लगन वाला, चंगा लगन वाला खसम परमात्मा जिहड़ा है वो पति परमात्मा प्राप्त हो जाता है, वह मिलाप हो जाता है। फिर उन्हें वो मिलाप ऐसा होता है जिहड़ा एक बार प्राप्त होया कभी फिर वो विछड़ता नहीं है।
ਉਹ ਆਨੰਦ ਐਸਾ ਬਣ ਜਾਂਦਾ ਉਹਨਾਂ ਦੇ ਜੀਵਨ ਦੇ ਅੰਦਰ, ਜਿਹੜਾ ਆਨੰਦ ਦੀ ਅਵਸਥਾ ਇੱਕ ਵਾਰ ਦੀ ਬਣੀ ਹੋਈ ਕਦੇ ਉਹਨਾਂ ਦੀ ਟੁੱਟਦੀ ਨਹੀਂ ਹੈ। ਬਿਨਵੰਤ ਨਾਨਕ ਹਰ ਕੰਤ ਪਾਇਆ। ਕੰਤ ਦਾ ਆਖਰੀ ਹੁੰਦਾ ਹੈ ਪਤੀ। ਉਹ ਹਰੀ ਰੂਪੀ ਪਤੀ, ਪ੍ਰਭੂ ਪਤੀ ਪ੍ਰਾਪਤ ਹੋ ਜਾਂਦਾ ਹੈ ਉਸ ਜੀਵ ਇਸਤਰੀ ਨੂੰ, ਜਿਹੜਾ ਉਹਦੇ ਮਨ ਨੂੰ ਹਮੇਸ਼ਾ ਹੀ ਚੰਗਾ ਲੱਗਦਾ ਹੈ ਤੇ ਉਹਦੇ ਨਾਲ ਹਮੇਸ਼ਾ ਹੀ ਉਹਦਾ ਪਿਆਰ ਬਣਿਆ ਰਹਿੰਦਾ ਹੈ। ਉਹ ਇਤਨੇ ਹੀ ਵਚਨ ਪ੍ਰਵਾਨ ਕਰਨੇ ਜੀ। ਵਿਚਾਰ ਕਰਦਿਆਂ ਹੋਈਆਂ ਫੁੱਲਾਂ ਦੀ ਆਪ ਜੀ ਪਾਸੋਂ ਖਿਮਾ ਮੰਗਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।